कर देवां सर शुरू? हाँ जी मैडम। ओके सर। सत श्री अकाल सारिਆਂ ਨੂੰ। मैं दलजीत कौर सरफेस ऑर्नामेंटेशन दी इंस्ट्रक्टर गवर्नमेंट ITI वूमन रोपड़ तो बोलदी हाँ। ਅੱਜ ਦਾ जो टॉपिक है मेरा वो ਤੁਹਾਡੇ ਲਈ है चिकनकारी। ये चिकनकारी की ਹੁੰਦੀ है, किस तरह पैंदी है, किन्ने तरह दे ਇਹਦੇ ਵਿੱਚ ਟਾਂਕੇ ਨੇ जो ਵਰਤੋਂ ਹੁੰਦੇ ਨੇ, ठीक है, और किन्ने टाइप्स ਦਾ चिकनकारी ਨੂੰ ਆਪਾਂ ਕੱਪੜਿਆਂ ਉੱਪਰ यूज कर सकते हैं। इस तो पहला ਅਸੀਂ चिकनकारी ਵੱਲ ਜਾਈਏ। ਸਭ ਤੋਂ ਪਹਿਲਾਂ ਦੱਸੂਗੀ ਕਿਉਂਕਿ ਇਹ ਅੱਜਕੱਲ ਬਹੁਤ ਡੇਂਜਰਸ ਬਿਮਾਰੀ ਚੱਲ ਰਹੀ ਹੈ ਕੋਰੋਨਾ, ਜਿਹਦੇ ਕਰਕੇ ਸਾਰੇ ਅਵੇਅਰ ਆ। ਠੀਕ ਹੈ, ਆਪਾਂ ਸਾਰੇ ਜਣੇ ਬਾਰ-ਬਾਰ ਟੀਵੀ ਤੇ ਵੀ ਦਿਖਾਇਆ ਜਾ ਰਿਹਾ, ਹਰ ਕਲਾਸ ਵਿੱਚ ਹਰ ਕੋਈ ਟੀਚਰ ਤੁਹਾਨੂੰ ਬਾਰ-ਬਾਰ ਦੱਸ ਰਿਹਾ ਹੈ ਕਿ ਅਸੀਂ ਇਸ ਤੋਂ ਬਚਣਾ ਹੈ। ਔਰ ਕਿਵੇਂ ਬਚਣਾ ਹੈ? ਘਰ ਦੇ ਵਿੱਚ ਰਹਿਣਾ ਹੈ, ਬਾਹਰ ਨਹੀਂ ਜਾਣਾ। ਸਾਨੂੰ ਬਾਹਰ ਜਾਣ ਦੀ ਲੋੜ ਪੈਂਦੀ ਹੈ ਤਾਂ ਅਸੀਂ ਮਾਸਕ ਦਾ ਪ੍ਰਯੋਗ ਕਰਨਾ ਹੈ, ठीक है, और हत्थां नूं हर बार सैनिटाइज करना है या फिर उन्हां नूं साबण नाल धोना है। जिन्नी ज्यादा हो सके दिन विच उन्हां नूं धोना चाहिए और अपनी खंघ नूं हमेशा ढक के रखना चाहिए। और फोन उपर सबने कोवा ऐप जरूर डाउनलोड करना है, ठीक है। कोवा ऐप जो असी मिशन फतेह के तहत सारे जने फोन ते डाउनलोड कर रहे हैं, सबने अपने अपने फोन ते इसनूं डाउनलोड करना है क्योंकि ਇਹਦੇ ਨਾਲ ਸਾਨੂੰ ਕੀ ਹੈ कोरोना वायरस ਦੀ हर लेटेस्ट अपडेट ਨਾਲ ਦੇ ਨਾਲ ਮਿਲਦੀ ਜਾਏਗੀ, ठीक है। ਹੁਣ ਅਸੀਂ ਕਰਦੇ ਹਾਂ ਆਪਣਾ ਚੈਪਟਰ ਸ਼ੁਰੂ, ਜਿਹੜਾ ਹੈਗਾ ਤੁਹਾਡਾ ਚਿਕਨਕਾਰੀ ਵਰਕ। ਹੁਣ ਚਿਕਨਕਾਰੀ ਵਰਕ ਕੀ ਹੈਗਾ, ठीक है। लखनऊ ਦੀ ਕਢਾਈ ਹੈ चिकनकारी, उत्तर प्रदेश लखनऊ, ठीक है। लखनऊ ਦੀ ਕਢਾਈ ਹੈ चिकनकारी। ਅੱਜ ਸਾਰਾ ਟੌਪਿਕ ਜੋ ਆ चिकनकारी ਦੇ ਬੇਸ है और चिकनकारी दे टंके हैं। सब तो पहला दी जान पहचान की है चिकनकारी। चिकनकारी दे काम नूं शैडो वर्क भी कहा जाता है, यानी कि की है जेड़ा तुसी शैडो वर्क दी एम्ब्रॉयडरी करते हो ना, वो चिकनकारी दी कढ़ाई है, ठीक है। ये चिट्टा काम ते चिट्टी कढ़ाई है, यानी कि चिट्टे कपड़े ऊपर चिट्टा काम किया जाने वाला चिकनकारी है। पर जिवें हुण अजकल चल रहा है ट्रेंड कलरफुल कपड़ियां पर भी की है चिकनकारी आन लग गई है। और ਇਹਦੇ ਵਾਸਤੇ ਕਿਹੜਾ ਕਪੜਾ ਜ਼ਿਆਦਾ ਯੂਜ਼ ਕਰਦੇ ਆ? ਮਸਲਨ ਦਾ, ਠੀਕ ਹੈ, ਮਸਲੀਨ ਜਿਹਨੂੰ ਆਪਾਂ ਬੋਲਦੇ ਆ ਨਾ ਮਸਲੀਨ ਦਾ ਕਪੜਾ, ਉਹ ਇਹਦੇ ਵਾਸਤੇ ਜ਼ਿਆਦਾ ਯੂਜ਼ ਕੀਤਾ ਜਾਂਦਾ ਹੈ। ਇਹ ਕਢਾਈ ਵਧੀਆ ਤੇ ਨਾਜ਼ੁਕ ਲੈਸ ਦਾ ਪ੍ਰਭਾਵ ਦਿੰਦੀ ਹੈ, ਯਾਨੀ ਕਿ ਇਹ ਕੀ ਕਢਾਈ ਹੈ? ਇੱਕ ਬਹੁਤ ਵਧੀਆ ਕਢਾਈ ਆ ਜਿਸ ਦੀ ਕੀ ਹੈ ਪ੍ਰਭਾਵ ਇਹਦਾ ਕਿਸ ਤਰ੍ਹਾਂ ਦਾ ਨਜ਼ਰ ਆਂਦਾ? ਜਿਵੇਂ ਲੈਸ ਲੱਗੀ ਹੋਈ ਹੈ, ਇਹਦਾ ਜਿਹੜਾ ਲੁੱਕ ਆ ਉਹ ਇਸ ਤਰ੍ਹਾਂ ਦੀ ਨਜ਼ਰ ਆਂਦੀ ਆ। ਹੁਣ लखनऊ ਦੀ चिकनकारी की हैगी है ना। चिकनकारी बहुत ही नाजुक ਅਤੇ पेचीदा परछावे वाली किस्म ਦੀ कढ़ाई है। परछावे वाली किस्म मतलब शैडो वर्क, ठीक है, क्योंकि चिकनकारी जो है शैडो वर्क ਦੀ कढ़ाई है। अपने कपड़े ਨੂੰ सजाउण ਲਈ प्राइमरी तौर ਤੇ ਭਾਰਤ ਵਿੱਚ चिकनकारी ਦਾ ਕੰਮ ਕੁਸ਼ਨ ਕਵਰ, ਸਿਰਹਾਣੇ ਕਵਰ, ਟੇਬਲ ਲਿਨਨ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੇ ਫੈਲ ਗਿਆ। ਪਹਿਲਾਂ ਤਾਂ ਇਹਨਾਂ ਦੇ ਕੀ ਬਣਦੇ ਸੀ? ਸੂਟਸ ਬਣਦੇ ਸੀ, ਬਟ ਹੁਣ ਚਿਕਨਕਾਰੀ ਦਾ ਕੰਮ ਜ਼ਿਆਦਾ ਫੈਲ ਗਿਆ ਹੋਣ ਕਰਕੇ ਇਹਦੇ ਸਿਰਹਾਣੇ ਵੀ ਆਉਂਦੇ ਆ, ਕੁਸ਼ਨ ਕਵਰ ਵੀ ਆਉਂਦੇ ਆ, ਲਿਨਨ ਦੇ ਟੇਬਲ ਵੀ ਆਉਂਦੇ ਆ, ਟੇਬਲ ਕਵਰ ਵੀ ਆਉਂਦੇ ਆ, ਔਰ ਬਹੁਤ ਸਾਰੀਆਂ ਚੀਜ਼ਾਂ, ਠੀਕ ਹੈ, ਚਿਕਨਕਾਰੀ ਦੇ ਵਿੱਚ ਆਉਣ ਲੱਗ ਗਈਆਂ ਨੇ। ਚਿਕਨਕਾਰੀ ਦਾ ਮੂਲ ਹੁਣ ਕੀ ਹੈ? origin of चिकनकारी ਕੀ ਹੈ ਦਾ origin? स्मार्ट जहांगीर दी सुंदर ਅਤੇ प्रतिभाशाली ਨੂਰ ਜਹਾਂ द्वारा चिकनकारी ਦੀ शुरुआत हुई, ठीक है। चिकनकारी ਦੀ शुरुआत किस ਤੋਂ ਹੋਈ ਸੀ? ਨੂਰ ਜਹਾਂ ਤੋਂ, ਜੋ ਜਹਾਂਗੀਰ ਦੀ ਕੀ ਸੀ? ਪਤਨੀ ਸੀ। ਇਹ ਰਾਣੀ ਇੱਕ ਪ੍ਰਤਿਭਾਸ਼ਾਲੀ ਕਢਾਈ ਕਲਾ ਵਾਲੀ ਸੀ। ਕੀ ਸੀਗਾ ਇਹਦੇ ਵਿੱਚ? ਇੱਕ ਗੁਣ ਸੀ ਕਢਾਈ ਦਾ, चिकनकारी ਕਰਨ ਇੱਕ ਕਢਾਈ ਕਰਨ ਦਾ ਗੁਣ ਸੀ। ਔਰ ਜਦੋਂ ਤਾਜ ਮਹਿਲ ਬਣਿਆ ਸੀ ਤਾਂ ਇਹ ਰਾਣੀ ਤਾਜ ਮਹਿਲ ਦੇ ਬਣਾਵਟ ਤੋਂ ਇੰਨੀ ਪ੍ਰਭਾਵਿਤ ਹੋਈ ਸੀ ਕਿ ਉਹਨੇ ਕੀ ਕੀਤਾ ਸੀ? ਵਾਈਟ ਕੱਪੜੇ ਉੱਪਰ, ਜਿਵੇਂ ਵਾਈਟ ਤਾਜ ਮਹਿਲ ਆ ਉਹਦੇ ਤੇ ਵਾਈਟ ਮੀਨਾਕਾਰੀ ਕੀਤੀ ਹੋਈ ਆ ਨਾ, ਉਸੇ ਤਰ੍ਹਾਂ ਵਾਈਟ ਕੱਪੜੇ ਉੱਪਰ ਵਾਈਟ ਧਾਗੇ ਦੇ ਨਾਲ ਕਢਾਈ ਕੀਤੀ ਸੀ। ਔਰ ਉਹ ਜਿਹੜੀ ਹੈ ਰਾਜੇ ਨੂੰ ਇੰਨੀ ਪਸੰਦ ਆਈ ਸੀ, ਜੋ ਜਹਾਂਗੀਰ ਸੀ ਉਸਨੂੰ ਇੰਨੀ ਪਸੰਦ ਆਈ ਸੀ ਕਿ ਉਹਨੇ ਇਸ ਨੂੰ ਮਾਨਤਾ ਦੇ ਦਿੱਤੀ, ਠੀਕ ਹੈ। ਇਸ ਕਢਾਈ ਨੂੰ ਕੀ ਹੈ? ਪ੍ਰਮੋਟ ਕਰਤਾ, ਮਾਨਤਾ ਦੇ ਦਿੱਤੀ। ਔਰ ਇਹਦੀਆਂ ਕੀ ਕਰਤੀਆਂ ਸੀ? ਵਰਕਸ਼ਾਪ ਖੋਲ ਦਿੱਤੀਆਂ ਸੀ, ਜਿੱਥੇ ਕੀ ਹੈ ਕਢਾਈ ਔਰ ਚਿਕਨਕਾਰੀ ਦਾ ਇਹ ਕੰਮ ਉੱਤੇ ਹੋਣ ਲੱਗ ਗਿਆ ਸੀ, ਠੀਕ ਹੈ। ਕਿਉਂਕਿ ਨੂਰ ਜਹਾਂ ਨੇ ਸ਼ੁਰੂਆਤ ਕੀਤੀ ਸੀ ਇਸ ਦੀ, ਔਰ ਜਹਾਂਗੀਰ ਨੇ ਕੀ ਕੀਤਾ ਸੀ? ਸਮਰਥਨ ਕੀਤਾ ਸੀ, ਸਪੋਰਟ ਕੀਤਾ ਸੀ, ਔਰ ਕੀ ਹੈ चिकनकारी ਦੀ ਸ਼ੁਰੂਆਤ ਹੋ ਗਈ ਸੀ।
ਉਸ ਤੋਂ ਬਾਅਦ ਹੈ ਚਿਕਨਕਾਰੀ ਦਾ ਇਤਿਹਾਸ। ਮੰਨਿਆ ਜਾਂਦਾ ਹੈ ਕਿ ਚਿਕਨਕਾਰੀ ਦਾ ਕੰਮ ਬੰਗਾਲ ਵਿੱਚ ਸੰਗਠਿਤ ਕੀਤਾ ਗਿਆ ਸੀ। ਕਿੱਥੇ ਸੰਗਠਿਤ ਹੋਇਆ ਸੀ? ਬੰਗਾਲ ਵਿੱਚ। ਅਤੇ ਢਾਕਾ ਤੇ ਕਲਕੱਤਾ ਵਿੱਚ ਅਭਿਆਸ ਕੀਤਾ ਸੀ। ਪ੍ਰੈਕਟਿਸ ਕਿੱਥੇ ਕੀਤੀ ਸੀ? ਢਾਕਾ ਔਰ ਕਲਕੱਤਾ ਵਿੱਚ। ਇਹ ਕਿਹਾ ਜਾਂਦਾ ਹੈ ਕਿ ਲਖਨਊ ਵਿੱਚ ਚਿਕਨਕਾਰੀ ਦੇ ਕੰਮ ਦੀ ਸ਼ੁਰੂਆਤ ਨੂੰ ਦਰਜਾ ਦਿੱਤਾ। ਜਿਹੜੀ ਜਿਸ ਜਗ੍ਹਾ ਤੇ ਲਖਨਊ ਦੀ ਚਿਕਨਕਾਰੀ ਤਾਂ ਬੋਲਦੇ ਆ ਕਿਉਂਕਿ ਇੱਥੇ ਕੀ ਕੀਤਾ ਸੀ, ਇਸ ਨੂੰ ਦਰਜਾ ਮਿਲ ਗਿਆ ਸੀ। ਚਿਕਨਕਾਰੀ ਐਮਬਰਾਇਡਰੀ ਨੂੰ ਇੱਕ ਆਪਣੀ ਪਹਿਚਾਨ ਮਿਲ ਗਈ ਸੀ। ਚਿਕਨਕਾਰੀ ਨਾਮ ਚਿਕਨ ਫਾਰਸੀ ਸ਼ਬਦ ਜਾਂ ਤਾਂ ਚਿਕਨ ਤੋਂ ਜਾਂ ਚਿਕਨ ਤੋਂ, ਠੀਕ ਹੈ, ਜਾਂ ਤਾਂ ਚਿਕਨ ਤੋਂ ਸ਼ੁਰੂਆਤ ਹੋਈ ਹੈ ਜਾਂ ਚਿਕਨ ਸ਼ਬਦ ਤੋਂ, ਜਿਹੜਾ ਫਾਰਸੀ ਸ਼ਬਦ ਚਿਕਨਕਾਰੀ ਤਿਆਰ ਕੀਤਾ ਗਿਆ ਹੈ। ਇਸ ਦਾ ਅਰਥ ਕੀ ਹੁੰਦਾ ਹੈ? ਚਿਕਨਕਾਰੀ ਦਾ ਅਰਥ ਕੀ ਹੈ? ਸੂਈ ਦੇ ਨਾਲ ਬਣਿਆ ਇੱਕ ਕਿਸਮ ਦਾ ਕੱਪੜਾ, ਯਾਨੀ ਕਿ ਸੂਈ ਦੇ ਨਾਲ ਕਢਾਈ ਕੀਤਾ ਹੋਇਆ ਇੱਕ ਤਰ੍ਹਾਂ ਦਾ ਤਿਆਰ ਕੱਪੜਾ। ਉਸ ਤੋਂ ਬਾਅਦ ਹੈ ਚਿਕਨਕਾਰੀ ਦੇ ਇਤਿਹਾਸ ਵਿੱਚ ਨੈਕਸਟ ਆਂਦਾ ਹੈ ਚਿਕਨ ਕੰਮ ਇੱਕ ਬਹੁਤ ਹੀ ਹਲਕੀ ਗੌਸਮਰਤ ਹੈ ਕੁਆਲਿਟੀ। ਠੀਕ ਹੈ, ਕੀ ਹੈ? ਹਲਕੀ ਕੁਆਲਿਟੀ ਹੈ ਚਿਕਨਕਾਰੀ, ਕਿਉਂਕਿ ਜਿਹੜਾ ਲਖਨਊ ਏਰੀਆ ਹੈ, उत्तर प्रदेश लखनऊ एरिया है, वो गर्म जलवायु वाला खेत्र है। ठीक है, उत्थे की है ज्यादा गर्मी पैंदी है, जिदे करके की है चिकनकारी उत्थे कीती जांदी है, ज्यादा चिकनकारी उत्थे कीती जांदी है। क्यों? गर्म जलवायु करके उत्थे पतला फैब्रिक यूज हुंदा है। ठीक है, केड़ा हुंदा है ट्रांसपेरेंट फैब्रिक? कल मैं करवाया सी शीर फैब्रिक। ठीक है, जेड़ा शीर फैब्रिक हुंदा वो यूज हुंदा ज्यादा, क्योंकि ट्रांसपेरेंट पतला हुंदा ओह। और की कीता सी इहदे उपर चिकनकारी दा काम, क्योंकि प्लेन कपड़ा है, शीर कपड़ा अगर यूज कर रहे हैं तो ओहदे उपर डिजाइनर लुक देण लई, एक फैंसी लुक देण लई, आकर्षित बनाउण लई की करिया जांदा? ओहदे उपर चिकनकारी कीती जांदी है। ठीक है, क्योंकि जे चिकनकारी दा काम हो जाऊगा तो की है कपड़े दी क्वालिटी और क्वांटिटी बढ़ जाएगी, है ना? क्वालिटी बढ़ गई ओदी क्योंकि कढ़ाई हो गया ओदे ऊपर, और की है ओदे ओदे की है चिकनकारी दा ट्रेंड और बनावट बदल गई। ठीक है, किथे प्लेन सी, किथे ओदे ऊपर कढ़ाई कीती और कपड़े नूं एक सुंदर लुक दे दित्ती। उस तो बाद चिकनकारी विच किहड़े डिजाइन इस्तेमाल हुंदे आ? हुण चिकनकारी दे लई आपां किस तरह दे डिजाइन्स लै सकदे आ जो असीं यूज करदे आ? कुदरती। ठीक है, जेड़े कुदरती डिजाइन हुंदे आ, जिवें फुल्लां दे, पंछियां दे, मोरां दे, अंब दे, बेलां दे, तोते दे, ठीक है, मोर दे, ਇਹ ਜਿਹੜੇ ਕੁਦਰਤੀ ਡਿਜ਼ਾਈਨ ਆ ਆਪਾਂ ਚਿਕਨਕਾਰੀ ਵਿੱਚ ਯੂਜ਼ ਕਰ ਸਕਦੇ ਆ। ਠੀਕ ਹੈ, ਸ਼ੈਡੋ ਵਰਕ ਕਰ ਸਕਦੇ ਆ, ਚਿਕਨਕਾਰੀ ਚ ਯੂਜ਼ ਕਰ ਸਕਦੇ ਆ। ਉਸ ਤੋਂ ਬਾਅਦ ਹੈ ਚਿਕਨਕਾਰੀ ਵਿੱਚ ਇਸਤੇਮਾਲ ਹੋਣ ਵਾਲਾ ਕੱਪੜਾ, ਵੀ ਕਿਹੜਾ ਕੱਪੜਾ ਇਸਤੇਮਾਲ ਹੁੰਦਾ ਹੈ ਜਿਹਦੇ ਉੱਪਰ ਚਿਕਨਕਾਰੀ ਕੀਤੀ ਜਾਂਦੀ ਹੈ? ਵਧੀਆ सूती कपड़ा, क्योंकि कॉटन की है गर्मियां च पैण वाला कपड़ा है और लखनऊ की है गर्मी पैंदी है, जिस करके की है सूती कपड़ा इस्तेमाल किया जा सकता है चिकनकारी वर्क लई। मलमल, वॉयल, कैमरिक, आरकंडी, शिफॉन, जार्जेट, ये सारे जेड़े कपड़े है गर्मियां च पैण वाले कपड़े है और गर्म जलवायु दे एरिए वास्ते बिल्कुल ढुकवे हुंदे है, जिस करके की है चिकनकारी दा काम इन्हां कपड़ियां उपर कीता जांदा है। ठीक है, उस तो बाद ट्रेस करन दी विधि। इहदी ट्रेस करन दी विधि की हुंदी है? चिकनकारी दी। चिकनकारी नूं जदों भी ट्रेस किया जाता है तो ब्लॉक्स दे नाल, देखो तुहाडे कोल एक जगह पिक्चर दे विच ब्लॉक नजर आ रहा है, ब्लॉक बनिया होया लकड़ी दा, वुडन ब्लॉक इहनूं बोलदे आ, लकड़ी दा बनिया होया हुंदा है। इहदे उपर डिजाइन दी की है ब्लॉकिंग कीती हुंदी है, मतलब कि डिजाइन उभारिया हुंदा है और फिर ओदे उपर कलर लगा के की है छापिया जांदा, कपड़े दे उपर ट्रेस किया जाता है। इहदी ट्रेस करन दी विधि इस तरह है चिकनकारी दी। उस तो बाद है चिकनकारी विच वरते जाने वाले समान दी सूची। हुण केड़ा समान आ जो असीं चिकनकारी विच वरत सकदे हां? सूई, थ्रैड, फ्रेम, लक्कड़ दे ब्लॉक ते टेबल। ठीक है, थ्रैड्स चाहिए है, नीडल चाहिए है और सानू फ्रेम चाहिए है, लक्कड़ दे ब्लॉक चाहिए है, टेबल चाहिए है, कपड़ा चाहिए है। ठीक है, जिहदे वास्ते की है असीं चिकनकारी दा काम कर सकते हां। उस तो बाद है चिकनकारी विच इस्तेमाल किए जाने वाले टांके। हुण चिकनकारी च इस्तेमाल किहड़े टांके हुंदे आ? साटन टांका, बखिया टांका,
ਜਿਹਨੂੰ ਆਪਾਂ ਬੈਕ ਸਟਿਚ ਬੋਲਦੇ ਆ, ਡੰਡੀ ਟਾਂਕਾ, ਬਟਨ ਹੋਲ ਟਾਂਕਾ, ਹੈਰਿੰਗ ਬੋਨ ਟਾਂਕਾ, ਗੰਢ ਟਾਂਕਾ। ਇਹ ਜਿਹੜੇ ਸਾਰੇ ਟਾਂਕੇ ਆ ਆਪਾਂ ਚਿਕਨਕਾਰੀ ਦੇ ਵਿੱਚ ਇਹਨਾਂ ਸਾਰੇ ਟਾਂਕਿਆਂ ਨੂੰ ਮਿਲਾ ਕੇ ਹੀ ਚਿਕਨਕਾਰੀ ਦਾ ਕੰਮ ਕੀਤਾ ਜਾਂਦਾ, ਠੀਕ ਹੈ। ਜਿੰਨਾ ਵੀ ਚਿਕਨਕਾਰੀ ਦਾ ਕੰਮ ਆ ਉਹ ਸਾਟਨ ਤੇ, ਹੈਰਿੰਗ ਬੋਨ ਤੇ, ਡੰਡੀ ਟਾਂਕੇ ਤੇ, ਬੈਕ ਸਟਿਚ ਤੇ ਔਰ ਬਟਨ ਹੋਲ ਤੇ, ਨॉट स्टिच ਤੇ, ਠੀਕ ਹੈ, ਗੰਢ ਟਾਂਕਿਆਂ ਤੇ, ਇਹਨਾਂ ਦੇ ਉੱਪਰ ਹੀ ਸਾਰੀ ਚਿਕਨਕਾਰੀ ਜਿਹੜੀ ਆ ਬੇਸਡ ਹੈ। ਹੁਣ ਕੀ ਫਲੋ ਚਾਰਟ ਕੀ ਬੋਲਦਾ ਹੈ ਚਿਕਨਕਾਰੀ ਦਾ? ਚਿਕਨਕਾਰੀ ਦਾ ਫਲੋ ਚਾਰਟ ਕੀ ਕਹਿੰਦਾ ਹੈ? ਸਭ ਤੋਂ ਪਹਿਲਾਂ ਸਾਨੂੰ ਕੀ ਚਾਹੀਦਾ ਹੈ? ਕੱਪੜਾ, ਠੀਕ ਹੈ। ਸਭ ਤੋਂ ਪਹਿਲਾਂ ਕੀ ਚਾਹੀਦਾ? ਕੱਪੜਾ। ਫਿਰ ਉਹਨੂੰ ਕੱਟਣਾ ਹੈ, ਉਸ ਤੋਂ ਬਾਅਦ ਉਹਦੀ ਪ੍ਰਿੰਟਿੰਗ ਯਾਨੀ ਕਿ ਉਹਦੇ ਉੱਪਰ ਛਪਾਈ ਕਰਨੀ ਹੈ, ਫਿਰ ਉਸ ਤੋਂ ਬਾਅਦ ਉਹਦੇ ਉੱਤੇ ਕਢਾਈ ਕਰਨੀ ਹੈ, ਫਿਰ ਉਹਦੇ ਉੱਪਰ ਜੋ ਜਾਲੀ ਦਾ ਕੰਮ ਕਰਨਾ ਚਾਹੁੰਦੇ ਹੋ ਜਾਲੀ ਵਰਕ ਕਰਨਾ ਹੈ, ਫਿਰ ਉਸ ਤੋਂ ਬਾਅਦ ਉਹਦੀ ਸਟਿਚਿੰਗ ਹੋਣੀ ਹੈ, ਫਿਰ ਉਸ ਤੋਂ ਬਾਅਦ ਕੀ ਹੋਣਾ? ਉਹਨੂੰ ਵਾਸ਼ ਕਰਨਾ ਹੈ। ਇਹ ਜਿਹੜਾ ਫਲੋ ਚਾਰਟ ਹੈ ਮਤਲਬ ਕਿ ਪ੍ਰੋਪਰ ਪਹਿਲੇ ਵੇ ਤੋਂ ਐਂਡ ਵੇ ਤੱਕ ਕਿਸ ਤਰ੍ਹਾਂ ਪ੍ਰੋਸੈਸ ਦੀ ਚੱਲਦੀ ਹੈ ਫਲੋ ਚਾਰਟ 'ਚ ਉਹ ਦੱਸਿਆ। ਉਸ ਤੋਂ ਬਾਅਦ ਚਿਕਨਕਾਰੀ ਦੀਆਂ ਕਿਸਮਾਂ। ਹੁਣ ਚਿਕਨਕਾਰੀ ਦੀਆਂ ਕਿੰਨੀਆਂ ਕਿਸਮਾਂ? ਚਿਕਨਕਾਰੀ ਨੂੰ ਅਸੀਂ ਹਮੇਸ਼ਾ 3 ਹਿੱਸਿਆਂ 'ਚ ਵੰਡ ਲੈਂਦੇ ਹਾਂ। ਇੱਕ ਫਲੈਟ ਟਾਂਕੇ, ਕਿਹੜੇ ਕਿਹੜੇ ਜਿਹੜੇ ਸਟਿਚ ਆ ਉਹ ਫਲੈਟ ਟਾਂਕੇ ਆ, ਗੰਢ ਟਾਂਕੇ ਜਾਂ ਇੰਬੋਸ ਟਾਂਕੇ ਜਿਹੜੇ ਇੰਬੋਸ ਹੁੰਦੇ ਆ, ਉੱਭਰਦੇ ਆ, ਕਿਹੜੇ ਟਾਂਕੇ ਆ, ਔਰ ਤੀਸਰਾ ਜਾਲੀ ਵਰਕ, ਵੀ ਕਿਹੜੀਆਂ ਚੀਜ਼ਾਂ ਨਾਲ ਅਸੀਂ ਜਾਲੀ ਵਰਕ ਦਾ ਕੰਮ ਲੈ ਸਕਦੇ ਆ। ਇਹ 3 ਹਿੱਸੇ ਆ ਜਿਨ੍ਹਾਂ ਵਿੱਚ ਅਸੀਂ ਕੀ ਆ ਚਿਕਨਕਾਰੀ ਦੀਆਂ ਕਿਸਮਾਂ ਨੂੰ ਵੰਡ ਸਕਦੇ ਆ। ਉਸ ਤੋਂ ਬਾਅਦ ਆਉਂਦੇ ਆ ਕਿਸਮਾਂ। ਚਿਕਨਕਾਰੀ ਦੀ ਵੰਡ ਕਰ ਦਿੱਤੀ ਟਾਂਕਿਆਂ 'ਚ, ਫਲੈਟ, ਗੰਢ ਔਰ ਨੈਟ ਸਟਿਚ, ਠੀਕ ਹੈ। ਹੁਣ ਕਿਹੜੀਆਂ ਕਿਹੜੀਆਂ ਕਿਸਮਾਂ ਨੇ? ਟੇਪਚੀ, ਬਖੀਆ, ਉਲਟੀ ਬਖੀਆ, ਸਿੱਧੀ ਬਖੀਆ, ਖਤਾਓ, ਜਾਲੀ ਵਰਕ, ਹੂਲ, ਜੰਜੀਰਾ, मूरी, फंदा, पेचनी, घासपट्टी, राहेत, गिट्टी, कील कंगन, दराज टांका, पाशनी, मोमपत्ती, बादला, रोजान, सिदौल, कपकपी, बादला, मतलब कि ਹੋਰ 36 ਤਰ੍ਹਾਂ ਦੇ ਟਾਂਕੇ ਹੈ ਜੋ ਇਸ ਤੋਂ ਇਲਾਵਾ ਵੀ ਚਿਕਨਕਾਰੀ ਵਿੱਚ ਪੈਂਦੇ ਆ। ਔਰ ਸਾਰਿਆਂ ਦਾ ਬੇਸ ਕਿਸ ਤੇ ਡਿਪੈਂਡ ਹੈ? ਕਿਹੜੇ ਸਟਿਚਸ ਉੱਪਰ? ਸਾਟਨ, ਡੰਡੀ ਟਾਂਕਾ, ਹੈਰਿੰਗ ਬੋਨ, बैक स्टिच, नॉट स्टिच, ठीक है, बटन होल, ਇਹਨਾਂ ਉੱਪਰ ਇਹ ਸਾਰੇ ਸਟਿਚਸ ਕੀ ਹੈ ਡਿਪੈਂਡ ਕਰਦੇ ਆ। ਹੁਣ ਉਸ ਤੋਂ ਬਾਅਦ ਗੱਲ ਕਰਦੇ ਆ ਚਿਕਨਕਾਰੀ ਦੇ ਫਲੈਟ ਟਾਂਕੇ ਕਿਹੜੇ ਆ। ਕਿਹੜੇ ਟਾਂਕੇ ਆ ਜੋ ਫਲੈਟ ਦੇ ਅੰਦਰ ਆਉਂਦੇ ਆ? ਜਿਵੇਂ ਟੇਪਚੀ, ਟੇਪਚੀ ਕਿਹੜਾ ਟਾਂਕਾ ਹੋ ਗਿਆ? ਟੇਪਚੀ ਕੱਚਾ ਟਾਂਕਾ। ਬਖੀਆ, ਬਖੀਆ ਕਿਹੜਾ ਹੈ? ਜਿਹਨੂੰ ਆਪਾਂ ਬਖੀਆ ਬੋਲਦੇ ਆ, ਮੱਛੀ ਟਾਂਕਾ, ਕੱਚਾ ਟਾਂਕਾ, ਮੱਛੀ ਟਾਂਕਾ। ਸਿੱਧਾ ਬਖੀਆ, ਮੱਛੀ ਟਾਂਕਾ, ਸਿੱਧੇ ਪਾਸੋਂ ਪਾਉਣ ਵਾਲਾ ਮੱਛੀ ਟਾਂਕਾ। ਪੁੱਠਾ ਬਖੀਆ यानी कि पुठे पासों पाण वाला मच्छी टांका। खताओ, ये बखिया है और ये उबार वाला टांका है, ठीक है, बखिया टांका। और उभरिया होया होण करके इनू एप्लिक दे अंदर भी गिनिया जांदा है। गिट्टी, वड्डी साटन ते बटन होल, ठीक है। राहेत, दोरा बखिया टांका। उस तो बाद चिकनकारी दे जेड़े इंबॉस टांके, गंढ टांके, वो केड़े है? घास पट्टी, ਜਿਹਨੂੰ ਵੀ ਸ਼ੇਪਡ ਦਾ ਵਿੱਚ ਲੈਂਦੇ ਆ, ਵੀ ਸ਼ੇਪ ਡਿਜ਼ਾਈਨ ਦੇ ਵਿੱਚ ਸਾਟਨ ਟਾਂਕਾ ਪੈਂਦਾ ਹੈ। ਫੰਦਾ, ਗੰਢ ਟਾਂਕਾ। ਮੂਰੀ, ਤਿਰਛੀ ਸਾਟਨ ਜਾਂ ਗੰਢ ਟਾਂਕਾ ਯੂਜ਼ ਕੀਤਾ ਜਾਂਦਾ ਹੈ। ਧੂਮਪਤੀ ਲਈ ਕ੍ਰਾਸ ਟਾਂਕੇ, ਪੇਚਨੀ ਵਾਸਤੇ ਸਾਟਨ ਟਾਂਕਾ, ਪਾਸ਼ਨੀ ਵਾਸਤੇ ਸਾਟਨ, ਜੰਜੀਰਾ ਵਾਸਤੇ ਸੰਗਲ ਟਾਂਕਾ, ਠੀਕ ਹੈ। ਉਸ ਤੋਂ ਬਾਅਦ ਚਿਕਨਕਾਰੀ ਦੇ ਜਾਲੀ ਟਾਂਕੇ ਕਿਹੜੇ ਹੋ ਗਏ? ਜਾਲੀ ਟਾਂਕਾ, ਜਾਲੀ ਟਾਂਕਾ ਜਾਲੀ ਬਣ ਜਾਣੀ। ਹੂਲ ਟਾਂਕਾ, ਹੋਲ ਬਣ ਜਾਣਾ, ਠੀਕ ਹੈ। ਹੋਲ ਨੂੰ ਬਣਾ ਦੇਣਾ ਹੂਲ ਸਟਿਚ। ਹੁਣ ਇੱਕ ਇੱਕ ਕਰਕੇ ਦੱਸਦੇ ਆ ਕਿ ਇਹ ਟਾਂਕੇ ਕਿਵੇਂ ਪੈਂਦੇ ਆ। ਹੁਣ ਸਭ ਤੋਂ ਪਹਿਲਾਂ ਆ ਜਾਂਦਾ ਕੀਲ ਕੰਗਨ। ਕੀਲ ਕੰਗਨ ਕੀ ਹੈ? ਫੁੱਲਦਾਰ ਰੂਪਾਂ ਵਿੱਚ ਕੀਲ ਕੰਗਨ ਦੇ ਟਾਂਕੇ ਵਰਤੇ ਜਾਂਦੇ ਆ। ਜਿਹੜੇ ਫੁੱਲਾਂ ਦੇ ਰੂਪ ਹੁੰਦੇ ਆ ਉਹਦੇ ਵਿੱਚ ਕੀ ਹੈ? ਕੀਲ ਕੰਗਨ ਟਾਂਕਾ ਵਰਤਿਆ ਜਾਂਦਾ ਹੈ, ਜਿਹਨੂੰ ਕਿਹਦੇ ਨਾਲ? ਸਾਟਨ ਜਾਂ ਹੈਰਿੰਗ ਬੋਨ ਦੇ ਸਟਿਚ ਦੇ ਨਾਲ ਬਣਾਇਆ ਜਾਂਦਾ ਹੈ, ਠੀਕ ਹੈ, ਜਿਸਨੂੰ ਬੋਲਦੇ ਆ ਕੀਲ ਕੰਗਨ। ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ ਕੀਲ ਕੰਗਨ ਦੀ, ਇਸ ਟਾਂਕੇ ਨੂੰ ਬੋਲਦੇ ਆ ਕੀਲ ਕੰਗਨ। ਸਾਟਨ ਜਾਂ ਫਿਰ ਹੈਰਿੰਗ ਬੋਨ ਸਟਿਚ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਆਂਦਾ ਬਖੀਆ। ਇਸ ਕਿਸਮ ਦੇ ਟਾਂਕੇ ਇਸਦੇ ਡਬਲ ਬੈਕ ਅਤੇ ਸ਼ੈਡੋ ਕੰਮ ਲਈ ਜਾਣੇ ਜਾਂਦੇ ਆ। ਬਖੀਆਂ ਨੂੰ ਕਿਹਦੇ ਲਈ ਜਾਣਿਆ ਜਾਂਦਾ? ਸ਼ੈਡੋ ਵਰਕ ਲਈ, ਠੀਕ ਹੈ। ਬਖੀਆ ਟਾਂਕਾ ਸ਼ੈਡੋ ਵਰਕ। ਇਹ ਜ਼ਿਆਦਾਤਰ ਫੈਬਰਿਕ ਦੇ ਗਲਤ ਪਾਸੇ ਤੇ ਅਸਲ ਡਿਜ਼ਾਈਨ ਤੋਂ ਕੀਤਾ ਜਾਂਦਾ ਹੈ ਅਤੇ ਹੈਰਿੰਗਬੋਨ ਸ਼ੈਲੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਯਾਨੀ ਕਿ ਕਿਹੜਾ ਸਟਿਚ ਯੂਜ਼ ਕੀਤਾ ਜਾਂਦਾ ਬਖੀਆਂ ਵਾਸਤੇ? ਹੈਰਿੰਗਬੋਨ।
हैरिंगबोन स्टिच का इस्तेमाल किया जाता है। धागे का परछावां सज्जे पासों कपड़े ते दिखाई दिता है। उद्योग विच इसनूं उल्टी अते सिद्धी बखिया भी कहा जाता है, यानी कि दो तरह की हुंदी है, उल्टी बखिया ते सिद्धी बखिया। हुण आंदी है जिहड़ी बखिया तरीके दो नाल बनदी है, ठीक है। दो तरीके दा जिहड़ा बखिया, उल्टी बखिया, सिद्धी बखिया किस तरह बनदा है ये दसदी हां। उल्टी बखिया जो है वो पिछले पासे तो बनदा है, पिछले पासे तो हैरिंगबोन करदे हां, उल्टी बखिया बनदा है और अगे शैडो नजर आती है, जिन्हों असीं की बोलते हैं शैडो वर्क। उल्टी बखिया किया और नीचे शैडो आन लग गई और की बन गया साडा उल्टी बखिया। सीधी बखिया की है, सीधा बखिया है जदों आपां सीधे पासों हैरिंगबोन करते हैं, डिजाइन का पैटर्न सीधे पासों ही हैरिंगबोन दे नाल भरना शुरू कर दिंदे आ तां ओह की बन जांदा है साडा सीधा बखिया, ठीक है। बखिए तक समझ आया। उस तो बाद आंदा पेचनी। हुण पेचनी की स्टिच है। पेचनी स्टिच टेपची दे सब तो आसान भिन्नतावां विचों एक है। टेपची कच्चा टांका है, ठीक है। टेपची की है कच्चा टांका, ये उस किस्म का टांका है। इसनूं बनाउण लई टेपची नूं धागे नूं उलझा के रखिया जांदा है। जे इस दे उपर वरतिया जांदा है, ये प्रभाव दी किस्म पैदा करदा है जो बसंत दे समान है। जिवें बसंत विच जिहड़े फुल खिड़दे आ ना, उस तरह इन्हां दा प्रभाव पैंदा है। बसंत दे फुल देखे आ ना, ਜਿਹੜੇ पीले रंग दे खिलदे आ बसंत दे फुल, छोटे छोटे फुल हुंदे आ, है ना। सेम इसे तरह दे छोटे छोटे फुल बनदे आ, ठीक है। टांका केड़ा यूज किया जाता है, कच्चा टांका यूज किया जाता है। बसंत दे फुल बनदे आ इहदे, जिसनूं बोलदे आ पेचनी, ठीक है। उस तो बाद नेक्स्ट आंदा टेपची। ਇਹ ਸਧਾਰਨ ਪਿਆਰੀ ਸਿਲਾਈ ਹੈ ਜੋ ਇੱਕ ਸਸਤੇ ਕੰਮ ਵਿੱਚ ਵਰਤੀ ਜਾਂਦੀ ਹੈ। ਜਦੋਂ ਆਪਾਂ ਕੋਈ ਚਿਕਨਕਾਰੀ ਦਾ ਸਸਤਾ ਕੰਮ ਕਰਨਾ ਹੈ, ਬਹੁਤਾ ਕਾਸਟਲੀ ਕੰਮ ਨਹੀਂ ਕਰਨਾ, ਸਸਤਾ ਕੰਮ ਕਰਨਾ ਹੈ, ਤਾਂ ਅਸੀਂ ਕਿਹੜੇ ਟਾਂਕੇ ਨੂੰ ਵਰਤਦੇ ਆ? ਟੇਪਚੀ ਨੂੰ। ਇਸ ਵਿੱਚ ਸਟ੍ਰੋਕ ਅਤੇ ਸਿੱਧੀਆਂ ਲਾਈਨਾਂ ਹੁੰਦੀਆਂ ਹਨ ਜੋ ਡਿਜ਼ਾਈਨ ਬਣਾਉਣ ਲਈ ਜ਼ਰੂਰੀ ਹੁੰਦੀਆਂ ਹਨ। ਕਿਹੜੀਆਂ ਲਾਈਨਾਂ ਯੂਜ਼ ਕਰਦੇ ਆ? ਸਿੱਧੀਆਂ ਲਾਈਨਾਂ ਜਾਂ ਸਟ੍ਰੋਕਸ ਲਾਈਨ। ਕੱਚਾ ਟਾਂਕਾ ਯੂਜ਼ ਕਰਦੇ ਹੋਏ ਅਸੀਂ ਕੀ ਹੈ, ਟੇਪਚੀ ਨੂੰ ਬਣਾਉਂਦੇ ਆ। चिकन कारज की फ्लैट शैली है। इस खास शैली नूं ज्यादातर डिजाइन की रूपरेखा लई चुनिया जाता है। जदों आपां डिजाइन की रूपरेखा कच्चे नाल तैयार करते हैं ना, उदों की असीं टेपची स्टिच नूं यूज करते हैं, ठीक है। जदों उहदी रेखा रूपरेखा असीं कच्चे दे नाल बाहर नूं कढ दिंदे आ, डिजाइन कच्चे नाल भरवां असीं कढ दिंदे आ, तां ओह साडा किहड़ा बन जांदा है? टेपची वर्क। उस तो बाद आंदा चना पत्ती। हुण चना पत्ती की है, देखो तुहाडे को पिक्चर दिख रही है, पत्ते दे रूप विच छोटे छोटे बने हुए टांके, ठीक है। साटन दे नाल की है ओनू फिल किया होया, ओह की बन गई साडी चना पत्ती। बहुत ज्यादा चिकनकारी दे विच इस्तेमाल होने वाली है ये, क्योंकि आपां जदों भी डिजाइन लैंदे आ फुल्लां वाले तां की है ओहदे ते पत्तियां जरूर यूज करदे आ। तां जे छोटी पत्ती यूज कर रहे हैं तो आप की बनावांगे? चना पत्ती डिजाइन, यानी कि साटन दे नाल ओह चना पत्ती डिजाइन बना लवांगे। उस तो बाद आंदा बादला। हुण बादला की है? बादला एक स्टेम टांका है जो छोटे टांके नाल खतीजी नाल लपेटिया होया है। ये आम तौर पे फुल्लां दियां बेलां बनाउण लई वरतिया जांदा है। हुण जदों असीं फुल्लां दियां बेलां बनाणीआं ने और टांके भरने ने, केड़े टांके? तिरछे टांके, तिरछे टांके भरने ने, तां असीं की कर रहे हैं? बादला वर्क कर रहे हैं, ठीक है। केड़ा वर्क हो रहा है? बादला वर्क हो रहा है, खास करके जदों असीं की कर रहे हैं? बेलां बना रहे हैं। उस तो बाद नेक्स्ट आंदा है राहेत। हुण राहेत की है? ये बखिया टांके दी एक खास शाखा है, ठीक है। बखिया टांके दी खास शाखा है राहेत। इसनूं शायद ही इसदे सरल रूप विच इस्तेमाल किया जाता है, जिस प्रसिद्ध दोहरा बखिया कहा जाता है। इहनूं की किया जाता है? रेखा टांके बनाउण लई वरतिया जाता है। आउटलाइनिंग करन वास्ते की है? राहेत दा इस्तेमाल किया जाता है। राहेत स्टिच रूपरेखा यानी कि आउटलाइनिंग बनाने वास्ते वरतिया जाता है। एक स्टेम टांका है जो फैब्रिक दे पुठे पासे 6 थ्रेडां नाल काम करता है। मतलब कि की है? 6 थ्रेड का इस्तेमाल, 6 पूरे एंकर दी एक पूरी थ्रेड 6 तारा वाला थ्रेड इस्तेमाल करते हुए बैक साइड तो की करते हैं, पुठे पासे तो
स्टेम स्टिच डंडी टांका पाते हैं और सीधे पासे की है मोटी मोटी बैक स्टिच दी लाइन नजर आने लग जाती है वो साडा की बन जाता राहेत स्टिच 6 तंदा पा के सूई दे विच डंडी टांका पाना है वो भी पुठे पासे तो सीधे पासे जो मोटा मोटा बैक स्टिच दा उभार आ रहा है वो की है साडा राहेत स्टिच। उस तो बाद नेक्स्ट आंदा खताओ। हुण खताओ की है ਇਹ ਚਿੱਟਾ ਕੈਲੀਕੋ ਸਮਗਰੀ ਤੇ ਤਿਆਰ ਕੀਤਾ ਅਨੁਕੂਲ ਕੰਮ ਹੈ। ਕੈਲੀਕੋ ਕਿਹਨੂੰ ਬੋਲਦੇ ਆ? ਕੈਲੀਕੋ ਸਮਗਰੀ ਕੀ ਹੁੰਦੀ ਆ? ਕੈਲੀਕੋ ਇੱਕ ਕੱਪੜਾ ਵਾਈਟ ਕੱਪੜਾ ਹੈ ਜਿਸ ਨੂੰ ਕੀ ਹੈ ਬਲੀਚ ਨਹੀਂ ਕੀਤਾ ਹੁੰਦਾ ਉਹਨੂੰ ਅਸੀਂ ਬੋਲਦੇ ਆ ਕੈਲੀਕੋ। ਠੀਕ ਹੈ, ਕੈਲੀਕੋ ਕੱਪੜਾ ਕੈਲੀਕੋ ਸਮਗਰੀ ਦੇ ਉੱਪਰ ਕੀ ਹੈ ਇਹ ਕੰਮ ਕੀਤਾ ਜਾਂਦਾ ਖਤਾਓ ਦਾ ਚਿੱਟੇ ਉੱਪਰ ਚਿੱਟਾ ਵਰਕ ਕੀਤਾ ਜਾਂਦਾ ਹੈ। एक बहुत ही गुंजलदार किस्म का कारज है। एक कढ़ाई चिकनकारी दे फ्लैट शैली नाल संबंध रखती है यानी कि की है चिकनकारी दा खताओ केड़ा टांका है? फ्लैट टांका है। ठीक है, और राहेत वांग बखिया टांका है। जिवें राहेत एक बखिया टांका सी तो खताओ की है बखिया टांका यानी कि बखिया यूज करते हुए राहेत दा काम किता जांदा है। और एदा बखिया टांका की है सीधे पासों बढ़ाया जाता है। जिवें राहेत पुठे पासों चलता है तो यह टांका की है सीधे पासों चलता है। उस तो बाद हैगा घास पट्टी। हुण घास पत्ती की है एक घाह दे पत्ते हैं जो कि ताने दी वी शेप्ड लाइन द्वारा बने फैब्रिक दे सज्जे पासे ग्रेजुएटेड लड़ी विच काम करते हैं। ਇਹ ਕਦੇ ਕਦੇ ਫੁੱਲ ਅਤੇ ਪੱਤੀਆਂ ਨੂੰ ਇੱਕ ਰੂਪ ਵਿੱਚ ਭਰਨ ਲਈ ਸਮਾਨ ਕਤਾਰਾਂ ਵਿੱਚ ਕੀਤਾ ਜਾਂਦਾ ਹੈ। ਕੀ ਹੈ ਘਾਸ ਪੱਟੀ? ਜਿਹੜੀ ਵੀ ਸ਼ੇਪ ਵਾਲੀਆਂ ਪੱਤੀਆਂ ਆਉਂਦੀਆਂ ਨੇ। ਦੇਖੋ ਤੁਹਾਡੇ ਕੋਲ ਫੋਟੋ ਦਿਖ ਰਹੀ ਹੈ ਘਾਸ ਪੱਤੀ ਦੀ ਪਤਲੀਆਂ ਪਤਲੀਆਂ ਵੀ ਸ਼ੇਪ ਵਾਲੀਆਂ ਕੀ ਹੈ ਲੰਬੀਆਂ ਲੰਬੀਆਂ ਲਾਈਨਾਂ ਜਾ ਰਹੀਆਂ ਨੇ ਜਿਸ ਨੂੰ ਕੀ ਹੈ ਸਾਟਨ ਟਾਂਕੇ ਨਾਲ ਭਰਿਆ ਹੋਇਆ। ਠੀਕ ਹੈ, ਕਿਹਦੇ ਨਾਲ ਭਰਿਆ? ਸਾਟਨ ਟਾਂਕੇ ਨਾਲ ਭਰਿਆ और साडी घास पत्ती जो है तैयार हो गई है। उस तो बाद नेक्स्ट आंदा फंदा। फंदा की है हुण ये सब तो वध वरतिया जांदा है यानी कि की है फंदा टांका सब तो ज्यादा वरतिया जांदा है ਅਤੇ ਮੂਰੀ ਦੇ ਨਾਲ ਜਾਣੇ ਜਾਂਦੇ ਟਾਂਕਿਆਂ ਵਿੱਚੋਂ ਇੱਕ ਹੈ। ਮੂਰੀ ਵੀ ਕਢਾਈ ਹੈ ਜਿਹਦੇ ਨਾਲ ਕੀ ਹੈ ਇਹ ਜਾਣਿਆ ਜਾਂਦਾ ਹੈ ਔਰ ਟਾਂਕਿਆਂ ਵਿੱਚੋਂ ਦੋਨੋਂ ਇੱਕ ਹੈ। ਇਹ ਜ਼ਿਆਦਾਤਰ ਫੁੱਲਾਂ ਦੇ ਕੇਂਦਰ ਨੂੰ ਸਧਾਰਨ ਚਿਕਨਕਾਰੀ ਦੇ ਡਿਜ਼ਾਈਨ ਦੀ ਰੂਪਰੇਖਾ ਦੇ ਗੰਢ ਬਣਾਉਣ ਲਈ ਵਰਤਿਆ ਜਾਂਦਾ ਹੈ। ਕਿਹੜਾ ਟਾਂਕਾ? ਫੰਦਾ ਗੰਢ ਟਾਂਕਾ। ਜਦੋਂ ਆਪਾਂ ਫੁੱਲ ਬਣਾਉਂਦੇ ਆ ਸੈਂਟਰ ਵਿੱਚ ਫੁੱਲ ਦਾ ਜੋ ਗੋਲੀ ਹੁੰਦੀ ਆ ਉਹਨੂੰ ਬੂ ਟਾਂਕੇ ਨਾਲ ਭਰਦੇ ਆ ਨਾ ਉਸਨੂੰ ਕੀ ਬੋਲਦੇ ਆ ਜਦੋਂ ਚਿਕਨਕਾਰੀ ਚ ਕੰਮ ਕਰਦੇ ਆ ਜਿਹੜਾ ਬੂਰ ਟਾਂਕਾ ਭਰਦੇ ਆ ਫੁੱਲਾਂ ਦੇ ਸੈਂਟਰ ਵਿੱਚ ਉਹਨੂੰ ਬੋਲਦੇ ਆ ਫੰਦਾ। ਇਹ ਇੱਕ ਫੰਦਾ ਅਤੇ ਮੂਰੀ ਵਿਚਕਾਰ ਅੰਤਰ ਇਹ ਹੈ ਕਿ ਮੂਰੀ ਇੱਕ ਚਾਵਲ ਦੇ ਆਕਾਰ ਦਾ ਡਿਜ਼ਾਈਨ ਹੈ ਜਦਕਿ ਫੰਦਾ ਬਾਜਰੇ ਦੇ ਆਕਾਰ ਦਾ। ਠੀਕ ਹੈ, ਮੂਰੀ ਔਰ ਫੰਦੇ ਵਿੱਚ ਸਿਰਫ ਇੰਨਾ ਫਰਕ ਹੈ ਕਿ ਜੋ ਮੂਰੀ ਹੈ ਉਹ ਚਾਵਲ ਦੀ ਸ਼ੇਪ ਵਾਂਗ ਹੁੰਦਾ ਹੈ। ਠੀਕ ਹੈ, ਮੂਰੀ ਚਾਵਲ ਦੀ ਸ਼ੇਪ ਵਾਂਗ ਪਤਲਾ ਲੰਬਾ ਔਰ ਜਿਹੜਾ ਬਾਜਰਾ ਜਿਹੜਾ ਫੰਦਾ ਹੈ ਉਹ ਬਾਜਰੇ ਦੀ ਸ਼ੇਪ ਦਾ ਹੁੰਦਾ ਹੈ। ਠੀਕ ਹੈ, ਸਿਰਫ ਇਹਨਾਂ ਦੋਨਾਂ ਵਿੱਚ ਇਹੀ ਫਰਕ ਹੈ ਕਿ ਜਿਹੜੀ ਮੂਰੀ ਪੈਂਦੀ ਹੈ ਜਿਹੜਾ ਮੂਰੀ ਦਾ ਟਾਂਕਾ ਪੈਂਦਾ ਹੈ ਕਿਉਂਕਿ ਇਹ ਨॉट ਸਟਿਚ ਦਾ ਟਾਂਕਾ ਹੈ ਮੂਰੀ ਥੋੜਾ ਲੰਬੇ ਚਾਵਲ ਦੇ ਆਕਾਰ ਚ ਪੈਂਦੀ ਹੈ ਔਰ ਜੋ ਫੰਦਾ ਹੈ ਉਹ ਬਾਜਰਾ ਗੋਲ ਹੁੰਦਾ ਨਾ ਤਾਂ ਇਹ ਫ੍ਰੈਂਚ ਨॉट ਗੋਲ ਪੈਂਦਾ ਹੈ। ਸਿਰਫ ਇਹ ਦੋਨਾਂ ਵਿੱਚ ਫਰਕ ਹੈ। ਉਸ ਤੋਂ ਬਾਅਦ ਆ ਜਾਂਦਾ ਮੂਰੀ। ਹੁਣ ਜਿਵੇਂ ਤੁਹਾਨੂੰ ਪਿੱਛੇ ਦੱਸਿਆ ਮੂਰੀ ਕੀ ਹੈ? ਮੂਰੀ ਕਢਾਈ ਹੈ। ਠੀਕ ਹੈ, ਆਮ ਤੌਰ ਤੇ ਮਸਲੀਨ ਦੇ ਕੱਪੜੇ ਤੇ ਕੀਤੀ ਜਾਂਦੀ ਹੈ ਕਿਉਂਕਿ ਮਸਲੀਨ ਦਾ ਕੱਪੜਾ ਜੋ ਹੈ ਬੈਸਟ ਹੁੰਦਾ ਉਹਦੇ ਉੱਪਰ ਮੂਰੀ ਦੀ ਕਢਾਈ ਕੀਤੀ ਜਾਂਦੀ ਹੈ। ਮੂਰੀ ਫੁੱਲਾਂ ਦੇ ਕੇਂਦਰ ਵਿੱਚ ਕੰਮ ਕੀਤੀ ਜਾਂਦੀ ਹੈ ਜਿਵੇਂ ਕਿ ਪਿੱਛੇ ਤੁਹਾਨੂੰ ਦੱਸਿਆ ਮੂਰੀ ਕੀ ਹੈ ਫੁੱਲਾਂ ਦੇ ਸੈਂਟਰ ਵਿੱਚ ਪਾਈ ਜਾਂਦੀ ਹੈ। ਇਸ ਸਲਾਈ ਨੂੰ ਭਾਂਤ ਦੇ ਪ੍ਰਭਾਵ ਲਈ ਕਿਸਮ ਦੇ ਟਾਂਕੇ ਵਿੱਚ ਪਾਇਆ ਜਾਂਦਾ ਹੈ। ਇਹ ਟਾਂਕਾ ਗੰਢ ਟਾਂਕਾ ਹੈ। ਠੀਕ ਹੈ, ਮੂਰੀ ਕੀ ਹੈ ਸਾਡਾ ਨॉट ਸਟਿਚ ਯਾਨੀ ਕਿ ਸਾਡਾ ਗੰਢ ਟਾਂਕਾ ਔਰ ਇਹਨੂੰ ਹਮੇਸ਼ਾ ਫੁੱਲਾਂ ਦੇ ਸੈਂਟਰ ਚ ਭਰਨ ਲਈ ਵਰਤਿਆ ਜਾਂਦਾ ਹੈ। ਮੂਰੀ ਇੱਕ ਐਮਬੋਸ ਬਣੇ ਹੋਏ ਸਟਾਈਲ ਦੇ ਅਧੀਨ ਆਉਂਦੀ ਹੈ। ਮੂਰੀ ਦਾ ਭਾਵ ਹੈ ਚਾਵਲ ਦੀ ਸ਼ਕਲ। ਠੀਕ ਹੈ, ਮੂਰੀ ਕੀ ਹੈ ਚਾਵਲ ਦੇ ਆਕਾਰ ਯਾਨੀ ਕਿ ਜਿਹੜਾ ਅਸੀਂ ਗੰਢ ਟਾਂਗਾ ਪਾ ਰਹੇ ਹਾਂ ਹਲਕਾ ਜਿਹਾ ਲੰਬਾ ਕਰਕੇ ਪਾ ਰਹੇ ਹਾਂ ਤਾਂ ਕੀ ਆ ਉਹ ਸਾਡੀ ਬਣ ਰਹੀ ਹੈ ਮੂਰੀ ਡਿਜ਼ਾਈਨ ਬਣ ਰਿਹਾ। ਪਰ ਜਦੋਂ ਅਸੀਂ ਗੋਲ ਪਾ ਰਹੇ ਹਾਂ ਤਾਂ ਸਾਡਾ ਕੀ ਬਣ ਰਿਹਾ? ਸਾਡਾ ਬਣ ਰਿਹਾ ਕੀ ਸੀਗਾ ਲਾਸਟ? ਫੰਦਾ।
ठीक है, फंदा बन रहा। और जदों ਅਸੀਂ ਲੰਬਾ ਟਾਂਕਾ ਪਾ ਰਹੇ ਹਾਂ ਤਾਂ ਕੀ ਬਣ ਰਿਹਾ ਸਾਡਾ, ਮੂਰੀ ਬਣ ਰਿਹਾ। ਉਸ ਤੋਂ ਬਾਅਦ ਨੈਕਸਟ ਆਂਦਾ ਧੂਮ ਪੱਤੀ। ਹੁਣ ਧੂਮ ਪੱਤੀ ਕੀ ਹੈ, ਧੂਮ ਪੱਤੀ ਹੈ ਪੈਟਰਨ ਜੋ ਕ੍ਰਾਸ ਟਾਂਕੇ ਦੁਆਰਾ ਬਣਾਇਆ ਜਾਂਦਾ। ਹੁਣ ਕੀ ਹੈ ਕ੍ਰਾਸ ਟਾਂਕਾ ਕਿਹੜਾ, ਹੈਰਿੰਗ ਬੋਨ। ਕਿਉਂਕਿ ਜਦੋਂ ਵੀ ਅਸੀਂ ਚਿਕਨਕਾਰੀ ਦਾ ਕੰਮ ਕਰ ਰਹੇ ਹਾਂ ਤਾਂ ਅਸੀਂ ਕਿਹੜਾ ਟਾਂਕਾ ਯੂਜ਼ ਕਰ ਰਹੇ ਹਾਂ, ਅਸੀਂ ਯੂਜ਼ ਕਰ ਰਹੇ ਹਾਂ ਹੈਰਿੰਗ ਬੋਨ। ठीक है, और ये केड़ा टांका है, क्रॉस स्टिच टांका। और धूम पत्ती तुहाडे कोल पिक्चर दिख रही है, धूम पत्ती विच की है, हैरिंग बोन दा टांका वरतदे होए की कीता होया, डिजाइन तैयार कीता होया। उस तो बाद नेक्स्ट आंदा जाली वर्क। हुण जाली वर्क की है, खुले जाल वर्गा प्रभाव दिंदा है। यानी कि इसदा प्रभाव की हुंदा, जाली वर्गा। तुहाडे कोल पिक्चर दिख रही है कि खिंचा धागा वर्क है और इहदे विच की करदे आ, धागे नूं खिच खिच के विच जाली क्रिएट की जाती है। ठीक है, जाली बनाई जाती है। और उस तो बाद की है, उन्हां नूं आपस विच जोड़िया जांदा है। यानी कि की कीता जांदा, हल्के हल्के जदों आपां जाली बना दिंदे आ ना तां असीं ओहदे साइडां ते किनारियां ते की करदे आ, बटन होल टांका। ठीक है, किनारियां नूं किहदे नाल फिनिश कर रहे हैं, देख लो तुहाडे कोल पिक्चर है, ओहदे विच साफ क्लीयर नजर आ रहा कि ਅਸੀਂ ਕੀ ਹੈ ਜਾਲੀ ਬਣਾਈ ਆ ਔਰ ਜਾਲੀ ਨੂੰ ਸਾਈਡਾਂ ਤੋਂ ਕੀ ਕਵਰ ਕਰ ਰਹੇ ਆ ਬਟਨ ਹੋਲ ਦੇ ਨਾਲ। ਠੀਕ ਹੈ, ਬਟਨ ਹੋਲ ਸਟਿਚ ਵਰਕ ਕਰ ਰਹੇ ਆ। ਉਸ ਤੋਂ ਬਾਅਦ ਆਂਦਾ ਹੂਲ। ਹੂਲ ਕਿਹੜਾ ਟਾਂਕਾ, ਹੂਲ ਹੈਗਾ ਜੋ ਅਸੀਂ ਰਾਉਂਡ ਬਣਾਉਂਦੇ ਆ, ਬਿਲਕੁਲ ਰਾਉਂਡ ਰਾਉਂਡ ਬਣਾ ਰਹੇ ਆ। ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਜੋ ਰਾਉਂਡਸ ਬਣੇ ਹੋਏ ਆ ਨਾ ਗੋਲ ਗੋਲ ਹੋਲ ਟਾਈਪ, ਉਹ ਕੀ ਹੈ ਤੁਹਾਡੇ ਹੂਲ। एक आईलेट टांके, हूल टांके दा अर्थ दसदा है। आईलेट वर्क आपां करदे आ ना, राउंड वर्क, ਉਹ ਹੂਲ ਟਾਂਕੇ ਨੂੰ ਕੀ ਹੈ ਦੱਸਦਾ ਹੈ। ਇਸ ਟਾਂਕੇ ਵਿੱਚ ਫੈਬਰਿਕ ਵਿੱਚ ਇੱਕ ਮੋਰੀ ਪੈ ਜਾਂਦੀ ਹੈ ਅਤੇ ਧਾਗੇ ਚੀਰੇ ਜਾਂਦੇ ਹਨ। ਕੀ ਹੁੰਦਾ ਹੈ ਇਹਦੇ ਵਿੱਚ, ਕੀ ਹੁੰਦਾ ਹੈ ਕਿ ਸੈਂਟਰ ਵਿੱਚ ਇੱਕ ਮੋਰੀ ਪੈ ਜਾਂਦੀ ਹੈ ਔਰ ਕੀ ਹੈ ਧਾਗੇ ਆਪਸ ਵਿੱਚ ਇਦਾਂ ਖਿੱਚ ਕੇ ਉਸ ਮੋਰੀ ਨੂੰ ਕੀ ਹੈ ਕਵਰ ਕਰ ਦਿੱਤਾ ਜਾਂਦਾ ਹੈ। फिर इसनों चारे पासे छोटे सीधे टांके लगा के फैब्रिक दे सज्जे पासे एक धागे नाल काम किया जाता है। ये 6 धागे दे नाल भी काम किया जा सकता है, अक्सर एक फुल दा केंद्र बनता है। और की है इहनूं की करदे आ असीं 6 तारे धागे दे नाल भी बना सकते हैं और की करदे आ फुल दे केंद्र दा, यानी कि फुल्लां दे सेंटर वाले हिस्से दा की है सानू लुक दिंदा और कम करदा। ਉਹ ਹੁੰਦਾ ਸਾਡਾ ਹੋਲ ਵਰਕ। ਹੁਣ ਆ ਜਾਂਦਾ ਦਰਜਦਾਰੀ, ਜਿਹਨੂੰ ਅਸੀਂ ਦਰਾਜ ਟਾਂਕਾ ਬੋਲਦੇ ਆ। ਦਰਾਜ ਅਸਲ ਵਿੱਚ ਵੱਖ-ਵੱਖ ਸ਼ਕਲ ਵਿੱਚ ਕੱਟੇ ਹੋਏ ਓਵਰਲੈਪਿੰਗ ਫੈਬਰਿਕ ਦੇ ਦੋਵਾਂ ਪਾਸਿਆਂ ਨਾਲ ਖਿੱਚਿਆ ਇੱਕ ਡੰਡੀ ਟਾਂਕਾ ਹੈ। ਮਛਲੀ, ਸਿੰਗਾੜਾ ਅਤੇ ਸਿਤਾਰਾ ਅੱਜ ਦੇ ਸਮੇਂ 'ਚ ਵਰਤੀ ਜਾਂਦੀ ਪ੍ਰਸਿੱਧ ਦਰਾਜ ਟਾਂਕਾ ਹੈ। ਦਰਾਜ ਟਾਂਕਾ ਕੀ ਹੈ, ਜਦੋਂ ਅਸੀਂ 2 ਲਾਈਨਾਂ ਦਾ ਇਸਤੇਮਾਲ ਕਰਦੇ ਹੋਏ ਉਹਨਾਂ ਉੱਪਰ ਡੰਡੀ ਟਾਂਕਾ ਪਾ ਰਹੇ ਹਾਂ। ठीक है, 2 लाइनां ने, 2 लाइनां चल रही ने और दोनों ते असीं डंडी टांका पा रहे हैं तो की आ वो साडा दराज टांका बन रहा है। और जो प्रसिद्ध दराज टांके फेमस जो चिकनकारी दे विच चलदे आ वो किहड़े आ, मछली, सिंगाड़ा अते सितारा जो आजकल की है चल रहा। और दराज टांका की है, डंडी टांका। उस तो बाद नेक्स्ट आंदा जंजीरा। हुण जंजीरा की है, एक बहुत ही छोटी नाजुक हस्त दस्तकारी वाली लड़ी है जो एक धागे दे फैब्रिक दे सज्जे पासे होण दे नाल काम करदी है। ਇਹ ਜ਼ਿਆਦਾਤਰ ਫੁੱਲਾਂ ਜਾਂ ਇੱਕ ਪੇਟਲੀ ਵਰਗੀ ਆਕਾਰ ਦੀ ਰੂਪਰੇਖਾ ਨੂੰ ਬਣਾਉਣ ਲਈ ਵਰਤੀ ਜਾਂਦੀ ਹੈ। ਮਤਲਬ ਕਿ ਕਿਹੜਾ ਟਾਂਕਾ ਹੈ ਜੰਜੀਰਾ, ਜੰਜੀਰਾ ਜੰਜੀਰੀ ਟਾਂਕਾ ਹੈ। ਜਦੋਂ ਇੱਕ ਫੁੱਲ ਅਸੀਂ ਤਿਆਰ ਕਰ ਦਿੰਦੇ ਆ, ਉਹਦੀ ਜਦੋਂ ਆਊਟਲਾਈਨਿੰਗ ਅਸੀਂ ਜੰਜੀਰੀ ਟਾਂਕੇ ਦੇ ਨਾਲ ਭਰ ਦਿੰਦੇ ਆ। ਠੀਕ ਹੈ, ਕੀ ਕਰਦੇ ਆ ਅਸੀਂ, ਜੰਜੀਰਾ ਟਾਂਕਾ, ਚਿਕਨਕਾਰੀ ਦਾ ਜੰਜੀਰਾ ਟਾਂਕਾ ਵਰਤ ਰਹੇ ਆ। ਜਦੋਂ ਅਸੀਂ ਇੱਕ ਫੁੱਲ ਨੂੰ ਕੀ ਕਰ ਰਹੇ ਆ, ਜੰਜੀਰੀ ਟਾਂਕੇ ਦੇ ਨਾਲ ਉਹਦੀ ਆਊਟਲਾਈਨਿੰਗ ਨੂੰ ਕਵਰ ਕਰ ਰਹੇ ਆ ਤਾਂ ਅਸੀਂ ਚਿਕਨਕਾਰੀ ਦਾ ਜੰਜੀਰਾ ਕੰਮ ਕਰ ਰਹੇ ਆ। ਉਸ ਤੋਂ ਬਾਅਦ ਨੈਕਸਟ ਆਂਦਾ ਗਿੱਟੀ। ਗਿੱਟੀ ਕੀ ਆ, ਹੁਣ ਬਟਨ ਹੋਲ ਅਤੇ ਲੰਬੇ ਸਾਟਨ ਟਾਂਕੇ ਦਾ ਸੁਮੇਲ। ਗਿੱਟੀ ਕੀ ਹੈਗਾ, ਬਟਨ ਹੋਲ ਤੇ ਲੰਬੇ ਲੰਬੇ ਟਾਂਕੇ। मतलब कि ਅਸੀਂ ਕੀ ਕਰ ਰਹੇ ਹਾਂ, ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਹੂਲ ਵਰਕ ਕੀਤਾ ਹੋਇਆ ਪਹਿਲਾਂ ਸੈਂਟਰ, ਮਤਲਬ ਕਿ ਜੋ ਹੋਲਸ ਬਣਾਏ ਹੋਏ ਆ ਉਹਦੇ ਤੇ ਕੀ ਕੀਤਾ, ਹੂਲ ਵਰਕ ਕੀਤਾ ਹੋਇਆ। ਔਰ ਫਿਰ ਉਸ ਤੋਂ ਬਾਅਦ ਕੀ ਹੈ, ਜੋ ਸਾਈਡਾਂ ਕਵਰ ਕੀਤੀਆਂ ਹੋਈਆਂ ਨੇ ਬਟਨ ਹੋਲ ਦੇ ਨਾਲ, ਜੋ ਏਦਾਂ ਕਰਕੇ ਸਰਕਲਸ ਬਣੇ ਹੋਏ ਨੇ, ਠੀਕ ਹੈ, ਸਕੈਲਪ ਟਾਈਪ,
ਉਹਨਾਂ ਉੱਪਰ ਕੀ ਕੀਤਾ ਹੋਇਆ, ਬਟਨ ਹੋਲ ਸਟਿਚ ਕੀਤਾ ਹੋਇਆ। ਛੋਟਾ ਵੱਡਾ ਵੀ ਕਰ ਸਕਦੇ ਆ, ਇੱਕ ਸਾਰ ਵੀ ਕਰ ਸਕਦੇ ਆ। ਯਾਨੀ ਕਿ ਕੀ ਹੈ, ਅਸੀਂ ਲੰਬੇ ਛੋਟੇ ਟਾਂਕੇ ਵਰਤਦੇ ਹੋਏ ਕੀ ਕਰਦੇ ਆ, ਗਿੱਟੀ ਟਾਂਕਾ ਬਣਾਉਂਦੇ ਆ। ਬਟਨ ਹੋਲ ਦਾ ਗਿੱਟੀ ਸਟਿਚ ਤਾਂ ਇਹ ਕਦੇ ਵੀ ਕੱਲਾ ਨਹੀਂ ਬਣਦਾ, ਇਹਦੇ ਨਾਲ ਕਾਫੀ ਹੋਰ ਸਟਿਚ, ਟੇਪਚੀ ਵਗੈਰਾ ਔਰ ਫੂਲ ਪੱਤੀ, ਧਨੀਆ ਪੱਤੀ, ਇਹ ਸਭ ਯੂਜ਼ ਕਰਦੇ ਹੋਏ ਕੀ ਹੈ, ਗਿੱਟੀ ਸਟਿਚ ਤਿਆਰ ਹੁੰਦਾ ਹੈ। ਠੀਕ ਹੈ, ਕਦੇ ਵੀ ਚਿਕਨਕਾਰੀ ਦਾ ਕੰਮ ਇੱਕ ਸਟਿਚ ਦੇ ਨਾਲ ਕਵਰ ਨਹੀਂ ਹੁੰਦਾ। ਚਿਕਨਕਾਰੀ ਦਾ ਕੰਮ ਹਮੇਸ਼ਾ 3-4 ਸਟਿਚਸ ਨੂੰ ਆਪਸ ਵਿੱਚ ਜੋੜ ਕੇ ਕੀ ਹੈ, ਕੰਮ ਕੀਤਾ ਜਾਂਦਾ। ਉਸ ਤੋਂ ਬਾਅਦ ਆਂਦਾ ਨੈਕਸਟ ਪਾਸ਼ਨੀ। ਹੁਣ ਪਾਸ਼ਨੀ ਕੀ ਹੈ, ਇਸ ਰੂਪ ਨੂੰ ਸਿਰਫ ਫਿਰ ਸਾਟਨ ਦੇ ਬਣੇ ਛੋਟੇ ਛੋਟੇ ਲੰਬਾਕਾਰੀ ਟਾਂਕਿਆਂ ਦੁਆਰਾ ਬਣਾਇਆ ਜਾਂਦਾ ਹੈ। ਕੀ ਹੈ, ਸਾਟਨ ਦੇ ਛੋਟੇ ਛੋਟੇ ਟਾਂਕੇ ਦੁਆਰਾ ਕੀ ਇਹਨੂੰ ਬਣਾਇਆ ਜਾਂਦਾ ਹੈ, ਜੋ ਧਾਗਿਆਂ ਦੇ ਅੰਤਰਾਲ ਦੇ ਬਣੇ ਹੁੰਦੇ ਹਨ। ਕਢਾਈ ਦੇ ਇਸ ਨਮੂਨੇ ਨੂੰ ਪਹਿਲਾਂ ਟੇਪਚੀ ਦੁਆਰਾ ਬਾਹਰ ਦਾ ਡਿਜ਼ਾਈਨ ਕੱਢਿਆ ਜਾਂਦਾ ਹੈ। ਟੇਪਚੀ ਕੀ ਹੈ ਤੁਹਾਡਾ, ਟੇਪਚੀ ਤੁਹਾਨੂੰ ਦੱਸਿਆ ਸੀ ਕੱਚਾ ਟਾਂਕਾ ਹੈ। ਠੀਕ ਹੈ, ਬਖੀਆ ਟਾਂਕਾ ਹੈ। ਪਹਿਲਾਂ ਕੀ ਕਰਦੇ ਆ, ਬਖੀਏ ਟਾਂਕੇ ਨਾਲ, ਕਿਉਂਕਿ ਇਹ ਪਿਕਚਰ ਇਨਕੰਪਲੀਟ ਹੈ ਕਿਉਂਕਿ ਪਿਕਚਰ ਮਿਲ ਨਹੀਂ ਰਹੀ ਸੀਗੀ, ਤਾਂ ਇਹਦੇ ਵਿੱਚ ਕੀ ਹੈ, ਟੇਪਚੀ ਕੀਤਾ ਹੋਇਆ, ਬਾਹਰ ਆਸੇ ਪਾਸੇ ਆਊਟਲਾਈਨਿੰਗ ਕੀਤੀ ਹੋਈ ਹੈ ਟੇਪਚੀ ਦੀ, ਕੱਚੇ ਦੀ। ਬਟ ਇਹਦੇ ਅੰਦਰ ਜੋ ਪਾਸ਼ਨੀ ਪਾਣਾ ਸੀ ਨਾ, ਸਾਟਨ ਸਟਿਚ ਦਾ ਟਾਂਕਾ, ਉਹ ਮਿਸਿੰਗ ਆ ਕਿਉਂਕਿ ਪਿਕਚਰ ਨਹੀਂ ਮਿਲ ਰਹੀ ਸੀ। ਬਟ ਤੁਹਾਨੂੰ ਦੱਸਣ ਵਾਸਤੇ ਸਿਰਫ ਕਿ ਚਲੋ ਐਕਸਪਲੇਨੇਸ਼ਨ ਤਾਂ ਤੁਹਾਨੂੰ ਥੋਰੋਲੀ ਵੀ ਕੀਤੀ ਜਾ ਸਕਦੀ ਹੈ। ਤਾਂ ਕੀ ਹੈ, ਇਹਦੇ ਵਿੱਚ ਸਾਟਨ ਟਾਂਕੇ ਲੰਬੇ ਤੌਰ ਤੇ ਭਰ ਦਿੱਤੇ ਜਾਂਦੇ ਆ ਔਰ ਉਹ ਸਾਡਾ ਕਿਹੜਾ ਸਟਿਚ ਬਣ ਜਾਂਦਾ, ਪਾਸ਼ਨੀ ਸਟਿਚ ਬਣ ਜਾਂਦਾ। ਠੀਕ ਹੈ, ਔਰ ਲੰਬਕਾਰੀ ਸਾਟਨ ਦੇ ਟਾਂਕਿਆਂ ਦੇ ਨਾਲ ਕੀਤਾ ਜਾਂਦਾ ਹੈ ਤੇ ਬਾਦਲਾਂ ਦੇ ਨਾਲ ਅੰਦਰਲੇ ਪਾਸੇ ਮੁਕੰਮਲ ਕੰਮ ਕਰਨ ਲਈ ਵਰਤਿਆ ਜਾਂਦਾ। ਔਰ ਕੀ ਹੈ, ਜਿਹੜਾ ਉਹਦਾ ਅੰਦਰਲਾ ਕੰਮ ਆ, ਜਿਵੇਂ ਫੁੱਲਾਂ ਦੇ ਅੰਦਰ ਜੋ ਕੇਂਦਰ ਭਰਿਆ ਜਾਂਦਾ, ਉਹਦੇ ਚ ਕੀ ਆ, ਬਾਦਲਾ ਵਰਕ ਕਰ ਦਿੱਤਾ ਜਾਂਦਾ ਹੈ। ਔਰ ਪਾਸ਼ਨੀ ਜੋ ਆ ਸਾਟਨ ਸਟਿਚ ਹੈ, ਜਦੋਂ ਆਪਾਂ ਕਿਸੇ ਵੀ ਜਗ੍ਹਾ ਤੇ ਸਾਟਨ ਸਟਿਚ ਵਰਤ ਰਹੇ ਹਾਂ ਤਾਂ ਸਮਝੋ ਕਿ ਅਸੀਂ ਕਿਹੜਾ ਕੰਮ ਕਰ ਰਹੇ ਹਾਂ, ਚਿਕਨਕਾਰੀ ਦਾ ਪਾਸ਼ਨੀ ਵਰਕ ਕਰ ਰਹੇ ਹਾਂ। ਉਸ ਤੋਂ ਬਾਅਦ ਨੈਕਸਟ ਆਂਦਾ ਬਨਾਰਸੀ। ਹੁਣ ਬਨਾਰਸੀ ਕੀ ਆ, ਬਨਾਰਸੀ ਮਰੋੜਿਆ ਹੋਇਆ ਟਾਂਕੇ ਦਾ ਇੱਕ ਰੂਪ ਹੈ। ਕੀ ਹੈ, ਬਨਾਰਸੀ ਮਰੋੜੇ ਹੋਏ ਟਾਂਕੇ। ਮਰੋੜੇ ਹੋਏ ਟਾਂਕੇ ਕਿਹੜੇ ਹੋ ਜਾਂਦੇ ਆ ਸਾਡੇ, ਜਿਵੇਂ ਡੰਡੀ ਟਾਂਕੇ, ਹੈਰਿੰਗਬੋਨ ਟਾਂਕੇ, ਇਹ ਕਿਹੜੇ ਟਾਂਕੇ ਆ ਜਾਂਦੇ, ਮਰੋੜੇ ਹੋਏ ਟਾਂਕੇ। ਹੁਣ ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਆ, ਔਰ ਇਹਦੇ ਨਾਲ ਕੀ ਹੈ, ਹਮੇਸ਼ਾ ਜਦੋਂ ਵੀ ਇਸ ਸਟਿਚ ਨੂੰ, ਬਨਾਰਸੀ ਸਟਿਚ ਨੂੰ ਬਣਾਇਆ ਜਾਂਦਾ ਤਾਂ 6 ਧਾਗੇ ਲਈ ਜਾਂਦੇ ਨੇ। ਠੀਕ ਹੈ, 6 ਧਾਗਿਆਂ ਦਾ ਉੱਭਰਵਾਂ ਕੰਮ ਹੁੰਦਾ ਹੈ ਔਰ ਕਾਫੀ ਜ਼ਿਆਦਾ ਵਧੀਆ ਕੰਮ ਹੁੰਦਾ ਹੈ। ਹੈਰਿੰਗਬੋਨ ਦੇ ਸਟਿਚ ਯੂਜ਼ ਕਰਦੇ ਹੋਏ, ਡੰਡੀ ਟਾਂਕੇ ਦੇ ਸਟਿਚ ਯੂਜ਼ ਕਰਦੇ ਹੋਏ ਅਸੀਂ ਕੀ ਹੈ, 6 ਤੰਦਾਂ ਦਾ ਕੰਮ ਇਹਦੇ ਉੱਪਰ ਕਰਦੇ ਹਾਂ। ਔਰ ਕੀ ਬਣਾਉਂਦੇ ਆ, ਮਰੋੜੇ ਹੋਏ ਡਿਜ਼ਾਈਨ। ਯਾਨੀ ਕਿ ਜਦੋਂ ਆਪਾਂ ਕਰਵਸ ਬਣਾਉਂਦੇ ਹੋਏ, ਕਰਵਿੰਗ ਸ਼ੇਪ ਦੇ ਵਿੱਚ ਡਿਜ਼ਾਈਨਿੰਗ ਕਵਰ ਕਰਦੇ ਆ, 6 ਤੰਦਾਂ ਦਾ ਇਸਤੇਮਾਲ ਕਰ ਰਹੇ ਆ, ਤਾਂ ਅਸੀਂ ਕੀ ਕਰ ਰਹੇ ਆ, ਬਨਾਰਸੀ ਸਟਿਚ ਕਰ ਰਹੇ ਆ। ਠੀਕ ਹੈ, ਚਿਕਨਕਾਰੀ ਦਾ ਬਨਾਰਸੀ ਸਟਿਚ। ਉਸ ਤੋਂ ਬਾਅਦ ਇੱਕ ਤੁਹਾਡਾ ਆਂਦਾ ਰੁਝਾਨ। ਰੁਝਾਨ ਜਿਹੜਾ ਸਟਿਚ ਹੈ, ਰੁਝਾਨ ਬਣਦਾ ਹੈ ਹਮੇਸ਼ਾ ਆਈਲੈਟ ਹੋਲ ਤੋਂ। ਠੀਕ ਹੈ, ਰੁਝਾਨ ਜਿਹੜਾ ਸਟਿਚ ਹੈ ਉਹ ਆਈਲੈਟ ਸਟਿਚ ਹੈ। ਮੈਨੂੰ ਪਿਕਚਰ ਨਹੀਂ ਮਿਲ ਰਹੀ ਸੀਗੀ ਜਿਹਦੇ ਕਰਕੇ ਮੈਂ ਇਹਦੇ ਵਿੱਚ ਨਹੀਂ ਪਾਇਆ, ਬਟ ਮੈਂ ਤੁਹਾਨੂੰ ਵੈਸੇ ਦੱਸਦੀ ਹਾਂ ਕਿ ਇੱਕ ਚਿਕਨਕਾਰੀ ਦੀ ਫਾਰਮ ਹੈ ਰੁਝਾਨ, ਜੋ ਕਿ ਆਈਲੈਟ ਵਰਕ ਦੇ ਨਾਲ ਬਣਾਈ ਜਾਂਦੀ ਹੈ। ਔਰ ਇੱਕ ਹੈਗਾ ਤੁਹਾਡਾ ਮਕੜੀ। ਮਕੜੀ ਚਿਕਨਕਾਰੀ ਵਰਕ, ਜੇ ਇਹਨਾਂ ਦੀਆਂ ਪਿਕਚਰਸ ਨਾ ਮਿਲਣ ਕਰਕੇ ਮੈਂ ਇੱਥੇ ਐਕਸਪਲੇਨੇਸ਼ਨ ਹੀ ਨਹੀਂ ਕੀਤੀ ਉਹਨਾਂ ਦੀ, ਬਟ ਮੈਂ ਤੁਹਾਨੂੰ ਥੋਰਲੀ ਦੱਸ ਰਹੀ ਹਾਂ ਕਿ ਜੋ ਮਕੜੀ ਹੈ, ਸਪਾਈਡਰ ਵਰਕ ਹੈ, ਉਹ ਕਿਹਦੇ ਵਿੱਚ ਯੂਜ਼ ਹੁੰਦਾ, ਚਿਕਨਕਾਰੀ ਦੇ ਵਿੱਚ। ਠੀਕ ਹੈ, ਧਨੀਆ ਪੱਤੀ ਯੂਜ਼ ਹੁੰਦਾ, ਧਨੀਆ ਪੱਤੀ। ਇਹਨਾਂ ਦੀਆਂ ਪਿਕਚਰਸ ਮਿਲਣੀਆਂ ਮੁਸ਼ਕਿਲ ਹੋ ਰਹੀਆਂ ਨੇ ਕਿਉਂਕਿ ਚਿਕਨਕਾਰੀ ਦੀ ਜ਼ਿਆਦਾ ਜੋ ਹੈ ਇਨਫੋਰਮੇਸ਼ਨ ਔਰ ਪਿਕਚਰਸ ਨਹੀਂ ਹੈਗੀਆਂ ਕੱਲੀਆਂ, ਜਿਹਦੇ ਕਰਕੇ ਤੁਹਾਨੂੰ ਸਿਰਫ ਐਵੇਂ ਦੱਸ ਰਹੀ ਹਾਂ ਕਿ ਧਨੀਆ ਪੱਤੀ ਜੋ ਆ, ਉਹਦੇ ਚ ਜਿਵੇਂ ਨਾਮ ਹੈ ਧਨੀਆ ਪੱਤੀ, ਤਾਂ ਆਪਾਂ ਉਸ ਸ਼ੇਪ ਦੀ ਪੱਤੀ ਨੂੰ ਕਵਰ ਕਰਦੇ ਹਾਂ, ਫਿਲ ਕਰਦੇ ਹਾਂ ਸਾਟਨ ਸਟਿਚ ਦੇ ਨਾਲ, ਤਾਂ ਉਹ ਸਾਡਾ ਕੀ ਬਣ ਜਾਂਦਾ, ਧਨੀਆ ਪੱਤੀ। ਠੀਕ ਹੈ, ਹੁਣ ਇਹ ਜਿਹੜੀਆਂ ਇੱਕ ਆਂਦੀ ਹੈ ਇਹਦੇ ਵਿੱਚ ਚਿਕਨਕਾਰੀ ਵਿੱਚ ਤਾਜ ਮਹਿਲ। ਤਾਜ ਮਹਿਲ ਸਾਡਾ ਕੀ ਹੈ, ਜਾਲੀ ਵਰਕ ਆ। ਜਦੋਂ ਤਾਜ ਮਹਿਲ ਕਰਦੇ ਆ ਉਹਦੇ ਵਿੱਚ ਕੀ ਹੈ, ਜਾਲੀ ਵਰਕ ਯੂਜ਼ ਕਰਦੇ ਆ। ਜਾਲੀ ਵਰਕ ਦੀ ਕਿਸਮ ਹੈ, ਪਿਕਚਰਾਂ ਨਾ ਮਿਲਣ ਕਰਕੇ ਤੁਹਾਡਾ ਇਹ ਸਾਰੇ ਜਿਹੜੇ ਸਟਿਚਸ ਆ ਇਹਨਾਂ ਦੀ ਐਕਸਪਲੇਨੇਸ਼ਨ ਰਹਿ ਗਈ ਹੈ, ਬਟ ਮੈਂ ਤੁਹਾਨੂੰ ਐਵੇਂ ਦੱਸ ਰਹੀ ਹਾਂ ਕਿ ਤਾਜ ਮਹਿਲ ਜੋ ਹੈ, ਤਾਜ ਮਹਿਲ ਜਾਲੀ ਵਰਕ ਹੈ ਔਰ ਜਾਲੀ ਵਰਕ ਦੇ ਵਿੱਚ ਆਉਂਦਾ ਹੈ।
ठीक है। ये सारी जो स्पाइडर मकड़ी टांका हो गया, रोजान टांका हो गया, ताजमहल हो गया, धनिया पत्ती हो गया, ਇਹ ਜੋ ਹੈ ਸਾਰੇ ਸਟਿਚਸ ਆ। ਪਰ ਇਹਨਾਂ ਦੇ ਵਿੱਚ ਕਿਹੜੇ ਸਟਿਚ ਯੂਜ਼ ਹੋ ਰਹੇ ਆ? ਬੇਸਿਕਲੀ ਇਹਨਾਂ ਦੇ ਵਿੱਚ ਉਹੀ 4-5 ਸਟਿਚ ਯੂਜ਼ ਹੋ ਰਹੇ ਆ। ਬੈਕ ਸਟਿਚ, ਨॉट ਸਟਿਚ, ਬਟਨ ਹੋਲ ਸਟਿਚ, ਹੈਰਿੰਗ ਬੋਨ ਸਟਿਚ, ਡੰਡੀ ਟਾਂਕਾ। ਠੀਕ ਹੈ। ਇਹ ਜਿਹੜੇ ਸਟਿਚਸ ਆ ਇਹਨਾਂ ਨੂੰ ਮਿਲਾ ਕੇ ਪੂਰੀ ਚਿਕਨਕਾਰੀ ਬਣਦੀ ਆ। ਔਰ ਜਦੋਂ ਤੁਸੀਂ ਕਿਸੇ ਇੱਕ ਸਟਿਚ ਨੂੰ ਯੂਜ਼ ਕਰ ਰਹੇ ਹੋ ਨਾ, ਤਾਂ ਤੁਹਾਨੂੰ ਨਾਮ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਇਹ ਸਟਿਚ ਪਾ ਰਹੀ ਹਾਂ, ਇਸ ਸ਼ੇਪ ਦੀ ਪੱਤੀ ਉੱਪਰ ਪਾ ਰਹੀ ਹਾਂ, ਤਾਂ ਮੈਂ ਇਹ ਵਰਕ ਕਰ ਰਹੀ ਹਾਂ। ਠੀਕ ਹੈ, ਵੀ ਮੇਰਾ ਚਿਕਨਕਾਰੀ ਦਾ ਇਹ ਵਰਕ ਇਹਦੇ ਉੱਪਰ ਹੋ ਰਿਹਾ। ਉਸ ਤੋਂ ਬਾਅਦ ਇਹਦੇ ਉਤਪਾਦ ਕੀ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਉਤਪਾਦ ਹੁੰਦਾ ਹੈ ਚਿਕਨਕਾਰੀ ਦੇ ਵਿੱਚ? ਸਾੜੀ ਦੇ ਬਾਰਡਰ, ਜਿਵੇਂ ਤੁਹਾਨੂੰ ਦਿਖ ਰਹੀ ਹੈ ਕਿ ਇਹਦਾ ਕੀ ਹੈ, ਸਾੜੀ ਦੇ ਬਹੁਤ ਪਿਆਰੇ ਬਾਰਡਰ ਬਣ ਜਾਂਦੇ ਆ, ਕਿਉਂਕਿ ਚਿਕਨਕਾਰੀ ਜਿਹੜੀਆਂ ਉਹ ਇਹਦੀਆਂ ਸਾੜੀਆਂ ਬਹੁਤ ਫੇਮਸ ਆ। ਔਰ ਕੀ ਬਣਦੀਆਂ, ਇਹਦੇ ਬਾਰਡਰਸ ਬਣ ਜਾਂਦੇ ਆ, ਬਾਰਡਰ ਪੱਲੇ, ਜਿਨ੍ਹਾਂ ਨੂੰ ਆਪਾਂ ਪੱਲੇ ਬੋਲ ਦਿੰਦੇ ਆ, ਨੀਚੇ ਘੇਰੇ ਵਾਲਾ ਬਾਰਡਰ ਬੋਲ ਦਿੰਦੇ ਆ, ਮਤਲਬ ਕਿ ਕੁਝ ਵੀ ਬੋਲ ਦਿੰਦੇ ਆ। ਇਹਦੀਆਂ ਸਾੜੀਆਂ ਬਣਦੀਆਂ, ਸਾੜੀ ਵਿੱਚ ਛੋਟੀ ਬੂਟੀ ਬਣ ਜਾਂਦੀ ਆ। ਅਗਰ ਪੂਰੀ ਸਾੜੀ ਦਾ ਬਾਰਡਰ ਨਹੀਂ ਹੈਗਾ ਤਾਂ ਕੀ ਹੈ, ਕਿਤੇ ਕਿਤੇ ਸਪਰੇ ਬੂਟੀ ਬਣ ਜਾਂਦੀ ਹੈ, ਬਲਾਊਜ਼ ਦੇ ਡਿਜ਼ਾਈਨ ਬਣ ਜਾਂਦੇ ਨੇ। ਕੀ ਹੈ, ਬਲਾਊਜ਼ ਦੇ ਉੱਪਰ ਡਿਜ਼ਾਈਨਿੰਗ ਆ ਜਾਂਦੀ ਹੈ ਇਹਦੀ, ਤੇ ਬਲਾਊਜ਼ ਦੇ ਡਿਜ਼ਾਈਨ ਬਣ ਜਾਂਦੇ ਆ, ਕੁੜਤੇ ਬਣਦੇ ਆ, ਕਿਉਂਕਿ ਲੇਡੀਜ਼ ਦਾ ਕੰਮ ਹੈਗਾ ਹੈ ਚਿਕਨਕਾਰੀ। ਔਰ ਇਹਦੇ ਬਹੁਤ ਵਧੀਆ ਕੁੜਤੇ ਬਣ ਕੇ ਆਉਂਦੇ ਨੇ, ਜਿਨ੍ਹਾਂ ਉੱਪਰ ਕੀ ਹੈ, ਚਿਕਨਕਾਰੀ ਦੇ ਆ ਜਿੰਨੇ ਤੁਹਾਨੂੰ ਸਟਿਚਸ ਕਰਾਏ ਇਹਨਾਂ ਸਭ ਦਾ ਕੰਮ ਕੀਤਾ ਹੋਇਆ ਕੀ ਹੈ, ਸਾਨੂੰ ਚਿਕਨਕਾਰੀ ਦਾ ਉੱਪਰ ਮਿਲ ਜਾਂਦਾ। ਔਰ ਜੋ ਸਭ ਤੋਂ ਜ਼ਿਆਦਾ ਸਾਨੂੰ ਮਿਲਦਾ, ਉਹ ਪਤਾ ਕਿਹੜਾ ਮਿਲਦਾ? ਸ਼ੈਡੋ ਵਰਕ। ਸਭ ਤੋਂ ਜ਼ਿਆਦਾ ਸਾਨੂੰ ਉਲਟੀ ਬੱਖੀਆਂ ਦਾ ਕੰਮ ਮਿਲਦਾ, ਸ਼ੈਡੋ ਵਰਕ ਦਾ ਕੰਮ ਮਿਲਦਾ। ਉਸ ਤੋਂ ਬਾਅਦ ਇਹਦੀਆਂ ਕੈਪਸ ਬਣਦੇ ਆ। ਠੀਕ ਹੈ, ਟੋਪੀਆਂ ਬਣਦੀਆਂ ਨੇ, ਕੈਪਸ ਬਣਦੇ ਆ, ਜਿਹੜੇ ਕੀ ਆ ਮੁਸਲਮਾਨ ਲੋਕ ਪਾਉਂਦੇ ਆ, ਚਿਕਨਕਾਰੀ ਦੇ ਬਣ ਜਾਂਦੇ ਆ ਉਹ। ਉਸ ਤੋਂ ਬਾਅਦ ਇਹਦੇ ਟੇਬਲ ਦੇ ਕੱਪੜੇ, ਹੁਣ ਕਿਉਂਕਿ ਤੁਹਾਨੂੰ ਮੈਂ ਦੱਸਿਆ ਕਿ ਚਿਕਨਕਾਰੀ ਸਿਰਫ ਆਪਣੇ ਕੁੜਤੀਆਂ ਜਾਂ ਟੌਪਸ ਜਾਂ ਫਿਰ ਸ਼ਰਟਾਂ ਨਾਲ ਨਹੀਂ ਮੈਚ ਹੁੰਦਾ। ਠੀਕ ਹੈ, ਸਿਰਫ ਇਹਦੇ ਜੋਗਾ ਹੀ ਨਹੀਂ ਰਹਿ ਗਿਆ, ਹੁਣ ਇਹਦੇ ਕੀ ਹੈ, ਟੇਬਲ ਦਾ ਕੱਪੜਾ ਵੀ ਬਣ ਜਾਂਦਾ। ਟੇਬਲ ਦੇ ਉੱਪਰ ਜਿਹੜੇ ਵਿਛਾਣ ਵਾਲੇ ਕੱਪੜੇ ਆਉਂਦੇ ਆ, ਉਹਦੇ ਉੱਪਰ ਬਹੁਤ ਸੋਹਣੀ ਚਿਕਨਕਾਰੀ ਦਾ ਵਰਕ ਕਰਦੇ ਹੋਏ ਟੇਬਲ ਕਲੌਥ ਬਣਦੇ ਆ, ਟੇਬਲ ਮੈਟਸ ਬਣਦੇ ਆ। ਟੇਬਲ ਮੈਟ ਕੀ ਹੁੰਦੇ ਆ? ਜਿਹੜੇ ਆਪਾਂ ਟੇਬਲ ਦੇ ਉੱਪਰ ਛੋਟੇ ਛੋਟੇ ਮੈਟਸ ਬਣਾਉਂਦੇ ਵਿਛਾਉਂਦੇ ਆ ਨਾ, ਜਿਹਨਾਂ ਉੱਪਰ ਆਪਾਂ ਪਲੇਟ ਰੱਖ ਕੇ ਰੋਟੀ ਖਾ ਸਕਦੇ ਆ ਡਾਈਨਿੰਗ ਟੇਬਲ ਦੇ ਉੱਪਰ, ਉਹਨਾਂ ਨੂੰ ਕੀ ਬੋਲਦੇ ਆ? ਟੇਬਲ ਮੈਟਸ। ਠੀਕ ਹੈ, ਉਹ ਬਣ ਜਾਂਦੇ ਆ ਇਹਨਾਂ ਦੇ ਸੋਫਾ ਬੈਕਸ, ਕਿਉਂਕਿ ਹੁਣ ਸੋਫਾ ਬੈਕ ਹੈ ਚਿਕਨਕਾਰੀ ਦਾ ਕੰਮ ਆ। ਸੋਫਾ ਬੈਕਸ ਜਿਹੜੇ ਪਿੱਛੇ ਸੋਫਾ ਦੇ ਪਿੱਛੇ ਅੱਧਾ ਕੱਪੜੇ ਅਸੀਂ ਵਿਛਾਉਂਦੇ ਆ, ਉਹਨਾਂ ਉੱਪਰ ਕੀ ਆ, ਅਸੀਂ ਚਿਕਨਕਾਰੀ ਕਰ ਸਕਦੇ ਆ। ਕੁਸ਼ਨ ਬਣਦੇ ਆ ਇਹਦੇ। ਠੀਕ ਹੈ, ਕੁਸ਼ਨਸ ਬਣ ਜਾਂਦੇ ਆ, ਕਿਉਂਕਿ ਚਿਕਨਕਾਰੀ ਦਾ ਕੰਮ ਇੰਨਾ ਜ਼ਿਆਦਾ ਵਧੀਆ ਹੁੰਦਾ, ਸੈਂਟਰ ਪੈਟਰਨ ਲੈਂਦੇ ਹੋਏ ਕੁਸ਼ਨ ਦੇ ਬਹੁਤ ਵਧੀਆ ਡਿਜ਼ਾਈਨ ਬਣ ਜਾਂਦੇ ਆ। ਔਰ ਪਰਦੇ ਅਤੇ ਹੋਰ ਘਰੇਲੂ ਸਮਾਨ, ਯਾਨੀ ਕਿ ਪਰਦੇ ਬਣ ਜਾਂਦੇ ਆ ਚਿਕਨਕਾਰੀ ਦੇ ਨਾਲ। ਪਰਦੇ ਵੀ ਐਮਬਰਾਇਡਰੀ ਹੋ ਕੇ ਆਉਂਦੇ ਆ, ਪਰ ਉੱਥੇ ਆਉਂਦੇ ਆ, ਉਹਨਾਂ ਲਈ ਆਉਂਦੇ ਆ ਜੋ ਇੰਨੀ ਅਮਾਉਂਟ ਔਰ ਇੰਨੇ, ਕਿਉਂਕਿ ਕਾਸਟਲੀ ਹੁੰਦੇ ਆ। ਹੱਥ ਦਾ ਕੰਮ ਹਮੇਸ਼ਾ ਕਾਸਟਲੀ ਹੁੰਦਾ ਹੈ। ਔਰ ਜਦੋਂ ਚਿਕਨਕਾਰੀ ਦਾ ਵਰਕ, ਕਿਉਂਕਿ ਸੂਈ ਦਾ ਵਰਕ ਹੈ, ਇਹ ਸੂਈ ਨਾਲ ਕੀਤਾ ਜਾ ਰਿਹਾ ਹੈ, ਤਾਂ ਸਮਝ ਲਓ ਕਾਫੀ ਕਾਸਟਲੀ ਵਰਕ ਹੈ, ਕਿਉਂਕਿ ਸੂਈ ਨਾਲ ਕੀਤਾ ਜਾ ਰਿਹਾ ਹੈ। ਔਰ ਇਹਦਾ ਜੋ ਉਤਪਾਦਨ ਹੈ ਮਹਿੰਗਾ ਹੁੰਦਾ। ਠੀਕ ਹੈ, ਇਹਦੇ ਕਾਸਟ ਹਮੇਸ਼ਾ ਜ਼ਿਆਦਾ ਹੁੰਦੀ ਹੈ ਚਿਕਨਕਾਰੀ ਦੀ। ਔਰ ਜਿੰਨੇ ਤੁਹਾਨੂੰ ਮੈਂ ਹੁਣ ਤੱਕ ਸਟਿਚ ਕਰਵਾਏ ਨੇ ਸਾਰੇ, ਉਹ ਸਾਰੇ ਜਿਹੜੇ ਆ ਮਿਕਸ ਹੋ ਕੇ ਹੀ ਪੈਂਦੇ ਆ। ਕਦੇ ਵੀ ਕੋਈ ਇੱਕ ਸਟਿਚ ਕੱਲਾ ਨਹੀਂ ਪੈਂਦਾ, ਚਾਹੇ ਉਹ ਟੇਪਚੀ ਹੈ, ਚਾਹੇ ਉਹ ਰਾਹਤ ਹੈ, ਚਾਹੇ ਉਹ ਬਖੀਆ ਹੈ, ਚਾਹੇ ਧੂਮ ਪੱਤੀ ਹੈ, ਚਾਹੇ ਪੇਚਨੀ ਹੈ, ਕੋਈ ਵੀ ਟਾਂਗਾ ਪੈਂਦਾ ਹੈ ਤਾਂ ਹਮੇਸ਼ਾ 2 ਜਾਂ 3 ਟਾਂਕਿਆਂ ਨੂੰ ਮਿਲਾ ਕੇ ਪੈਂਦਾ ਹੈ। ਜਿਵੇਂ ਤੁਹਾਨੂੰ ਪਿੱਛੇ ਦਿਖਾਇਆ ਸੀਗਾ ਕਿ ਹੂਲ ਦੇ ਨਾਲ ਕੀ ਯੂਜ਼ ਕੀਤਾ ਹੋਇਆ ਸੀ? ਹੂਲ ਦੇ ਨਾਲ ਯੂਜ਼ ਹੋਇਆ ਸੀ ਕੀਲ ਕੰਗਨ। ਠੀਕ ਹੈ, ਕੀਲ ਕੰਗਨ ਯਾਨੀ ਕਿ ਹੈਰਿੰਗਬੋਨ ਟਾਂਕਾ ਯੂਜ਼ ਹੋਇਆ ਸੀ। ਮਤਲਬ ਕਿ ਜਦੋਂ ਵੀ ਇਹਨੂੰ ਯੂਜ਼ ਕਰਨਾ ਹੈ, ਜਦੋਂ ਵੀ ਕਿਸੇ ਟਾਂਕਿਆਂ ਨੂੰ ਯੂਜ਼ ਕਰਨਾ ਹੈ, ਤਾਂ ਉਦੋਂ ਇਹ 2 ਜਾਂ 3 ਟਾਂਕੇ ਮਿਲਾ ਕੇ ਚਿਕਨਕਾਰੀ ਕਰਨੀ ਆ। ਹੁਣ ਤੁਹਾਨੂੰ ਵੀ ਜਦੋਂ ਮੈਡਮ ਚਿਕਨਕਾਰੀ ਦਾ ਸੈਂਪਲ ਬਣਵਾਉਂਦੇ ਆ, ਤੁਹਾਨੂੰ ਚਿਕਨਕਾਰੀ ਦਾ ਕੰਮ ਕਰਵਾਉਂਦੇ ਆ, ਉਹਦੇ ਚ ਕਰਵਾਉਂਦੇ ਆ ਨਾ ਹੈਰਿੰਗਬੋਨ ਦੇ ਨਾਲ ਤੁਹਾਨੂੰ ਬੂਟ ਟਾਂਕਾ ਵੀ ਕਰਵਾਉਂਦੇ ਆ, ਡੰਡੀ ਟਾਂਕਾ ਵੀ ਕਰਵਾਉਂਦੇ ਆ, ਸਿੱਧੇ ਪਾਸੇ ਸਾਟਨ ਵੀ ਕਰਵਾਉਂਦੇ ਆ ਨਾ ਸਾਰੇ ਟਾਂਕੇ। ਯਾਨੀ ਕਿ ਇਹ ਸਾਰੇ ਟਾਂਕਿਆਂ ਨਾਲ ਮਿਲ ਕੇ ਸਾਡੀ ਬਣਦੀ ਹੈ ਚਿਕਨਕਾਰੀ, ਔਰ ਬੈਸਟ ਚਿਕਨਕਾਰੀ। ਤੇ ਇਹ ਮੇਰਾ ਹੁਣ ਤੱਕ ਦਾ ਜੋ ਚਿਕਨਕਾਰੀ ਦੇ ਉੱਪਰ ਟੌਪਿਕ ਸੀ, ਮੇਰਾ ਹੁਣ ਤੱਕ ਦਾ, ਇਹ ਤੁਹਾਡੇ ਵਾਸਤੇ ਮੈਂ ਲੈ ਕੇ ਆਈ ਸੀਗੀ।
ਜਿਹਦੇ ਵਿੱਚ ਮੈਂ ਤੁਹਾਨੂੰ ਚਿਕਨਕਾਰੀ ਦੇ ਸਾਰੇ ਸਟਿਚ ਦੱਸੇ ਨੇ। 35-36 ਤਰ੍ਹਾਂ ਦੇ ਸਟਿਚਸ ਪੈਂਦੇ ਨੇ, ਜਿਹਦੇ ਵਿੱਚੋਂ ਮੈਂ ਤੁਹਾਨੂੰ 18-19 ਸਟਿਚਸ ਜਿਹੜੇ ਆ ਕੁਝ ਥੋਰਲੀ ਦੱਸ ਚੁੱਕੀ ਹਾਂ, ਕੁਝ ਤੁਹਾਨੂੰ ਪਿਕਚਰਸ ਨਾਲ ਦੱਸ ਚੁੱਕੀ ਹਾਂ, ਕੁਝ ਦੀਆਂ ਪਿਕਚਰਸ ਨਹੀਂ ਮਿਲਦੀਆਂ ਔਰ ਕੁਝ ਦੇ ਬਾਰੇ ਨਹੀਂ ਕੋਈ ਇਨਫੋਰਮੇਸ਼ਨ ਮਿਲਦੀ, ਤੇ ਉਹ ਜਿਹੜੇ ਆ ਉਹ ਗੱਲਾਂ ਰਹਿ ਗਈਆਂ ਨੇ ਵਿੱਚ। ਤੇ ਹੁਣ ਜੇ ਕਿਸੇ ਦੀ ਕੋਈ ਕੁਐਰੀ ਹੈ ਜਾਂ ਕੋਈ ਕੁਝ ਇਸ ਦੇ ਰਿਗਾਰਡਿੰਗ ਪੁੱਛਣਾ ਚਾਹੁੰਦਾ ਹੈ ਤਾਂ ਉਹ ਮੇਰੇ ਤੋਂ ਪੁੱਛ ਸਕਦਾ ਹੈ। ਚਿਕਨਕਾਰੀ ਦੇ ਬਾਰੇ ਜੇ ਕਿਸੇ ਦੀ ਕੋਈ ਕੁਐਰੀ ਹੈਗੀ ਹੈ ਜਾਂ ਕੋਈ ਕੁਝ ਪੁੱਛਣਾ ਚਾਹੁੰਦਾ ਹੈ ਤਾਂ ਉਹ ਹੁਣ ਮੇਰੇ ਤੋਂ ਪੁੱਛ ਸਕਦਾ ਹੈ। ਬੱਚੇ ਹੈਂਡ ਰੇਜ਼ ਕਰ ਰਹੇ ਸੀ ਕਈ। ਬੱਚੇ ਕੀ ਹੈਂਡ ਰੇਜ਼ ਕਰ ਰਹੇ ਸੀ ਵਿੱਚ, ਜਦੋਂ ਮੈਂ ਲੈਕਚਰ ਕਰਵਾ ਰਹੀ ਸੀ ਹੁਣ ਉਹ ਆਪਣਾ ਮਾਈਕ ਔਨ ਕਰਕੇ ਪੁੱਛ ਸਕਦੇ ਆ ਕੁਐਸਚਨ। ਰਿੰਪੀ, ਇੱਕ ਬੱਚੇ ਨੇ ਹੈਂਡ ਰੇਜ਼ ਕੀਤਾ। ਸਰਬਜੀਤ ਕੌਰ, ਪੁੱਛੋ ਬੱਚੋ ਕਿਆ ਕੀ ਤੁਹਾਡੀ ਕੁਐਰੀ ਹੈ। ਸਰ ਅਨਮਿਊਟ ਕਰ ਦੋ ਜਰਾ। रोहिता शर्मा, हैंड रेज कर रहे हो, अपना माइक ऑन करके बोलो क्या कहना चाहते हो। गुड आफ्टरनून मैम। गुड आफ्टरनून। हाँ जी मैम, मुझे पूछना था, जो बखिया टांका पंजाबी का वर्ड है, तो वो बखिया टांका एक्चुअल में बैक स्टिच होता है या हैरिंग बोन होता है? हैरिंग बोन, हैरिंग बोन नाम जरूर उसका बखिया टांका है, बट वो हैरिंग बोन स्टिच है। अच्छा, बैक स्टिच नहीं है वो फिर? नहीं है ਉਹਦਾ, ਕਿਉਂਕਿ ਜ਼ਰੂਰੀ ਨਹੀਂ ਕਿ ਹਰ ਬਖਿਆ ਟਾਂਗਾ ਤੁਹਾਨੂੰ ਬਖਿਆ ਟਾਂਕਾ ਹੀ ਮਿਲ ਜਾਏ। नहीं, समटाइम्स वो बखिया बैक स्टिच को बोलते हैं बखिया टांका, वो समझ ही नहीं आता पंजाबी। ਜਦੋਂ ਚਿਕਨਕਾਰੀ ਕਰ ਰਹੇ ਹਾਂ, ਚਿਕਨਕਾਰੀ ਵਿੱਚ ਜੋ ਬਖਿਆ ਟਾਂਕਾ ਉਹ ਹੈਰਿੰਗ ਬੋਨ ਸਟਿਚ ਹੈ। नहीं, मैं वैसे नॉर्मल पूछ रही हूँ, नॉर्मल। हाँ, चिकनकारी विच बैक स्टिच है, वैसे नॉर्मली ਆਪਾਂ बखिया बैक स्टिच ਨੂੰ ਬੋਲਦੇ ਹਾਂ। हाँ जी, हाँ जी, नॉर्मल। ठीक है, थैंक यू मैम, थैंक यू। ਹੋਰ ਕਿਸੇ ਬੱਚੇ ਦੀ ਕੋਈ ਕੁਐਰੀ ਹੈ? ठीक है मैडम, मीटिंग एंड कर दें। ओके सर, ओके, कोई बच्चे की कोई कुएरी नहीं।